वेलकम लाइफ, वेलकम लाइफ, स्वागत जिंदगी, स्वागत जिंदगी। नवा विशा नवी दिशा, स्वागत जिंदगी के अज के पाठ के विच प्यारे विद्यार्थियों तुहाडा बहुत बहुत स्वागत। जिवें कि तुसीं जाणदे हो कि साडे सिੱਖਿਆ विभाग ਵੱਲੋਂ तुहाडे सर्वपक्षी विकास लई ਤੁਹਾਡੀ ਪੜ੍ਹਾਈ ਦੇ ਨਾਲ ਤੁਹਾਡੇ ਜੀਵਨ ਨੂੰ ਸੇਧ ਦੇਣ ਲਈ, ਤੁਹਾਨੂੰ ਸੁਚੱਜਾ ਜੀਵਨ ਜਿਉਣਾ ਸਿਖਾਉਣ ਲਈ, ਤੁਹਾਨੂੰ ਖੁਸ਼ੀਆਂ ਦੇਣ ਲਈ, ਤੁਹਾਨੂੰ ਆਨੰਦ ਦੇਣ ਲਈ ਇੱਕ ਨਵਾਂ ਵਿਸ਼ਾ ਤੁਹਾਡੇ ਲਈ ਲਿਆਂਦਾ ਗਿਆ ਹੈ, ਸਵਾਗਤ ਜ਼ਿੰਦਗੀ। ਇਸ ਦੀਆਂ ਕਿਤਾਬਾਂ ਵੀ ਤੁਹਾਡੇ ਕੋਲ ਪਹੁੰਚ ਚੁੱਕੀਆਂ ਨੇ। ਬਹੁਤ ਹੀ ਖੂਬਸੂਰਤ ਸਾਡੇ ਵਿਦਵਾਨਾਂ ਨੇ, ਸਾਡੇ ਅਧਿਆਪਕ ਸਾਹਿਬਾਨਾਂ ਨੇ ਇਹਨਾਂ ਕਿਤਾਬਾਂ ਨੂੰ ਤਿਆਰ ਕੀਤਾ ਹੈ ਤੇ ਇਹ ਕਿਤਾਬਾਂ ਨੂੰ ਪੜ੍ਹ ਕੇ ਤੁਸੀਂ ਆਪਣੇ ਆਪ ਮਹਿਸੂਸ ਕਰਦੇ ਹੋਵੋਗੇ ਕਿ ਉਹ ਗੱਲਾਂ, ਜਿਨ੍ਹਾਂ ਗੱਲਾਂ ਬਾਰੇ ਸਾਨੂੰ ਹਜੇ ਜਾਣਕਾਰੀ ਨਹੀਂ ਸੀ ਜਾਂ ਜਿਨ੍ਹਾਂ ਮਸਲਿਆਂ ਬਾਰੇ ਅਸੀਂ ਜੀਵਨ ਵਿੱਚ ਉਲਝੇ ਰਹਿੰਦੇ ਸੀ, ਉਹ ਗੱਲਾਂ ਨੂੰ ਪੜ੍ਹ ਕੇ ਤੁਹਾਡੇ ਮਨ 'ਚੋਂ ਕਾਫੀ ਭਾਰ ਹਟ ਗਿਆ ਹੋਣਾ ਤੇ ਕਾਫੀ ਕੁਝ ਤੁਹਾਨੂੰ ਚੰਗਾ ਲੱਗਦਾ ਹੋਵੇਗਾ। ਤੁਹਾਡੀ ਦ੍ਰਿਸ਼ਟੀ ਵੀ ਬਦਲੀ ਹੋਵੇਗੀ, ਤੁਹਾਡੀ ਸੋਚ ਵੀ ਬਦਲੀ ਹੋਵੇਗੀ, ਤੁਹਾਡੇ ਵਿਚਾਰ ਵੀ ਬਦਲੇ ਹੋਣਗੇ, ਮੈਨੂੰ ਪੂਰੀ ਉਮੀਦ ਹੈ। ਅੱਜ ਆਪਾਂ ਜਿਸ ਵਿਸ਼ੇ ਤੇ ਗੱਲ ਕਰਨੀ ਹੈ ਉਸ ਬਾਰੇ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਗੀਤ ਸਾਂਝਾ ਕਰਾਂਗਾ, ਉਸ ਤੋਂ ਬਾਅਦ ਫਿਰ ਆਪਾਂ ਪਿਆਰੇ ਵਿਦਿਆਰਥੀਓ ਕਰਦੇ ਹਾਂ ਅੱਗੇ ਗੱਲ। ਪਹਿਲਾਂ ਤੁਸੀਂ ਸੁਣੋ ਇਹ ਗੀਤ। ਇਹ ਹੱਥੋਂ ਨਿਕਲ ਰਿਹਾ, ਇਹ ਹੱਥੋਂ ਨਿਕਲ ਰਿਹਾ, ਤੂੰ ਵਕਤ ਦੇ ਸਮਝ ਇਸ਼ਾਰੇ, ਚੱਲੇ ਉੱਠ ਜਿੰਦੜੀਏ ਨੀ, ਤੈਨੂੰ ਮੰਜ਼ਲ ਬਾਜਾਂ ਮਾਰੇ, ਚੱਲੇ ਉੱਠ ਜਿੰਦੜੀਏ ਨੀ, ਤੈਨੂੰ ਮੰਜ਼ਲ ਬਾਜਾਂ ਮਾਰੇ। ਜੋ ਸੁੱਤੇ ਰਹਿ ਜਾਂਦੇ ਉਹ ਜਲਦੀ ਟਹਿ ਜਾਂਦੇ, ਜੋ ਸੁੱਤੇ ਰਹਿ ਜਾਂਦੇ ਉਹ ਜਲਦੀ ਟਹਿ ਜਾਂਦੇ, ਜੋ ਹਿੰਮਤ ਕਰਦੇ ਨੇ, ਜੋ ਹਿੰਮਤ ਕਰਦੇ ਨੇ, ਨਾ ਕਦੇ ਵੀ ਬਾਜੀ ਹਾਰੇ। ਇਹ ਹੱਥੋਂ ਨਿਕਲ ਰਿਹਾ, ਇਹ ਹੱਥੋਂ ਨਿਕਲ ਰਿਹਾ, ਤੂੰ ਵਕਤ ਦੇ ਸਮਝ ਇਸ਼ਾਰੇ। ਬੜੇ ਫਰਜ਼ ਨਿਭਾਉਣੇ ਨੇ, ਕਈ ਪੰਧ ਮਕਾਉਣੇ ਨੇ, ਬੜੇ ਫਰਜ਼ ਨਿਭਾਉਣੇ ਨੇ, ਕਈ ਪੰਧ ਮਕਾਉਣੇ ਨੇ। ਉੱਡ ਰਹੇ ਪਰਿੰਦੇ ਨੇ, ਉੱਡ ਰਹੇ ਪਰਿੰਦੇ ਨੇ, ਹੁਣ ਤੂੰ ਵੀ ਜਾਗ ਪਿਆਰੇ। ਇਹ ਹੱਥੋਂ ਨਿਕਲ ਰਿਹਾ, ਤੂੰ ਵਕਤ ਦੇ ਸਮਝ ਇਸ਼ਾਰੇ। ਇਹ ਹੱਥੋਂ ਨਿਕਲ ਰਿਹਾ, ਤੂੰ ਵਕਤ ਦੇ ਸਮਝ ਇਸ਼ਾਰੇ। ਤੂੰ ਖੋਲ ਕੇ ਅੱਖਾਂ ਨੂੰ, ਲਾ ਕੇ ਕੰਮ 'ਚ ਹੱਥਾਂ ਨੂੰ, ਤੂੰ ਖੋਲ ਕੇ ਅੱਖਾਂ ਨੂੰ, ਲਾ ਕੇ ਕੰਮ 'ਚ ਹੱਥਾਂ ਨੂੰ। ਇੱਕ ਸੁਰ ਹੋ ਜੇ ਤੁਰੀਏ, ਜੇ ਇੱਕ ਸੁਰ ਹੋ ਤੁਰੀਏ, ਆਪੇ ਲੱਭਦੇ ਰਸਤੇ ਸਾਰੇ। ਇਹ ਹੱਥੋਂ ਨਿਕਲ ਰਿਹਾ, ਇਹ ਹੱਥੋਂ ਨਿਕਲ ਰਿਹਾ, ਤੂੰ ਵਕਤ ਦੇ ਸਮਝ ਇਸ਼ਾਰੇ। ਇਹ ਹੱਥੋਂ ਨਿਕਲ ਰਿਹਾ, ਤੂੰ ਵਕਤ ਦੇ ਸਮਝ ਇਸ਼ਾਰੇ। ਚੱਲੇ ਉੱਠ ਜਿੰਦੜੀਏ ਨੀ, ਤੈਨੂੰ ਮੰਜ਼ਲ ਬਾਜਾਂ ਮਾਰੇ, ਚੱਲੇ ਉੱਠ ਜਿੰਦੜੀਏ ਨੀ, ਤੈਨੂੰ ਮੰਜ਼ਲ ਬਾਜਾਂ ਮਾਰੇ। ਇਹ ਹੱਥੋਂ ਨਿਕਲ ਰਿਹਾ, ਤੂੰ ਵਕਤ ਦੇ ਸਮਝ ਇਸ਼ਾਰੇ, ਤੂੰ ਵਕਤ ਦੇ ਸਮਝ ਇਸ਼ਾਰੇ। ਲੰਘ ਗਿਆ ਨਾ ਮੁੜ ਕੇ ਆਮਦਾ, ਇਹ ਠਹਿਰ ਨ ਜਾਚ ਨਾ ਜਾਣਦਾ, ਕਰ ਸਫਲ ਉਡੰਦਾ ਜਾਮਦਾ। ਤੇ ਇਸ ਤੋਂ ਅੱਗੇ ਕਵੀ ਲਿਖਦਾ ਭਾਈ ਵੀਰ ਸਿੰਘ ਕਿ ਫੜ ਫੜ ਰਹੀ ਧਰੀਕ ਸਮੇਂ ਨੇ ਇੱਕ ਨਾ ਮੰਨੀ। ਤੁਸੀਂ ਸਮਝ ਚੁੱਕੇ ਹੋਵੋਗੇ ਕਿ ਆਪਾਂ ਅੱਜ ਕਿਸ ਬਾਬਤ ਗੱਲ ਕਰਨੀ ਹੈ। ਹਾਂ ਪਿਆਰੇ ਵਿਦਿਆਰਥੀਓ, ਆਪਾਂ ਅੱਜ ਸਮੇਂ ਦੀ ਗੱਲ ਕਰਨੀ ਹੈ, ਵਕਤ ਦੀ ਗੱਲ ਕਰਨੀ ਹੈ ਕਿ ਸਮੇਂ ਦਾ ਪ੍ਰਬੰਧਨ ਕਿਵੇਂ ਕਰਨਾ ਚਾਹੀਦਾ, ਸਮੇਂ ਦੀ ਕਦਰ ਕਿਵੇਂ ਕਰਨੀ ਚਾਹੀਦੀ ਹੈ, ਸਮੇਂ ਦਾ ਕੀ ਮਹੱਤਵ ਹੈ, ਸਮੇਂ ਦਾ ਕਿਸ ਤਰ੍ਹਾਂ ਸਦਉਪਯੋਗ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਕਿਸੇ ਵਿਦਵਾਨ ਨੇ ਇੱਕ ਵਾਰ ਗੱਲ ਕਰੀ ਸੀ ਕਿ ਇਨਸਾਨ ਦੇ ਕੋਲ, ਕਿਸੇ ਦੇ ਕੋਲ ਵੀ ਸਭ ਤੋਂ ਕੀਮਤੀ ਤੇ ਸਭ ਤੋਂ ਜ਼ਰੂਰੀ ਚੀਜ਼ ਕੀ ਹੁੰਦੀ ਹੈ। ਤਾਂ ਜੇ ਅਸੀਂ ਇਸ ਦਾ ਉੱਤਰ ਦਈਏ ਤਾਂ ਸਭ ਤੋਂ ਜ਼ਰੂਰੀ ਚੀਜ਼ ਸਾਡੇ ਕੋਲ ਸਮਾਂ ਹੁੰਦਾ। ਜਿਸ ਬੱਚੇ ਨੇ, ਜਿਸ ਵੱਡੇ ਨੇ ਸਮੇਂ ਨੂੰ ਪਹਿਚਾਣ ਲਿਆ, ਸਮੇਂ ਅਨੁਸਾਰ ਆਪਣੇ ਕੰਮ ਕਰ ਲਏ, ਸਮੇਂ ਅਨੁਸਾਰ ਉਹਨੇ ਆਪਣੇ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਲਈਆਂ, ਤਾਂ ਉਹ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਪ੍ਰਾਪਤ ਕਰ ਲੈਂਦਾ ਹੈ, ਬਹੁਤ ਕੁਝ ਉਹ
ਤਰੱਕੀਆਂ ਕਰਦਾ ਹੈ। ਸਮੇਂ ਦੀ ਗੱਲ ਕਰਨ ਵੇਲੇ ਤੁਸੀਂ ਆਪਣੇ ਆਪ ਮਹਿਸੂਸ ਕਰ ਸਕਦੇ ਹੋ ਕਿ ਤੁਹਾਡੇ ਕੋਲ ਸਾਰਿਆਂ ਕੋਲ ਹੀ 24 ਘੰਟੇ ਹੁੰਦੇ ਹਨ। ਉਸ 24 ਘੰਟੇ ਨੂੰ ਅਸੀਂ ਕਿਸ ਤਰ੍ਹਾਂ ਵਰਤੋਂ ਵਿੱਚ ਲਿਆਉਂਦੇ ਹਾਂ, ਕਿਉਂਕਿ ਇਸ ਧਰਤੀ ਤੇ ਜਿੰਨੇ ਵੀ ਲੋਕ ਆਏ ਨੇ ਉਹਨਾਂ ਨੇ ਸਮੇਂ ਨੂੰ, ਕੁਝ ਲੋਕਾਂ ਨੇ ਇੰਨੇ ਵਧੀਆ ਢੰਗ ਨਾਲ ਵਰਤਿਆ ਤੇ ਉਹ ਬਹੁਤ ਮਹਾਨ ਕੰਮ ਕਰ ਗਏ। ਕੁਝ ਲੋਕਾਂ ਨੇ ਸਮੇਂ ਨੂੰ ਇਸ ਤਰ੍ਹਾਂ ਗਵਾਇਆ ਕਿ ਉਹ ਕੁਝ ਵੀ ਨਾ ਕਰ ਸਕੇ, ਆਪਣਾ ਜੀਵਨ ਵੀ ਵਧੀਆ ਢੰਗ ਨਾਲ ਜਿਉ ਨਾ ਸਕੇ। ਪਿਆਰੇ ਵਿਦਿਆਰਥੀਓ, ਵਿਦਿਆਰਥੀ ਜੀਵਨ ਦੇ ਵਿੱਚ ਸਮੇਂ ਦੀ ਕਦਰ ਕਰਨ ਦੀ, ਸਮੇਂ ਦਾ ਸਹੀ ਢੰਗ ਨਾਲ ਇਸਤੇਮਾਲ ਕਰਨ ਦੀ, ਸਮੇਂ ਦਾ ਸਦਉਪਯੋਗ ਕਰਨ ਦੀ ਬਹੁਤ ਬਹੁਤ ਜ਼ਰੂਰਤ ਹੁੰਦੀ ਹੈ, ਕਿਉਂਕਿ ਇਹ ਜੋ ਸਮਾਂ ਤੁਹਾਡੇ ਬਚਪਨ ਦਾ, ਤੁਹਾਡੇ ਜੀਵਨ ਦਾ ਇਹ ਸੁਨਹਿਰੀ ਸਮਾਂ, ਜੇ ਆਪਾਂ ਇਸ ਨੂੰ ਸਹੀ ਤਰੀਕੇ ਨਾਲ, ਸਹੀ ਤਰਤੀਬ ਨਾਲ ਵਰਤੋਂ ਵਿੱਚ ਲੈ ਆਵਾਂਗੇ ਤਾਂ ਆਪਾਂ ਬਹੁਤ ਕੁਝ ਪ੍ਰਾਪਤ ਕਰ ਲਵਾਂਗੇ। ਸਾਡੇ ਜੀਵਨ ਦੇ ਵਿੱਚ ਜੋ ਅਸੀਂ ਸੁਪਨੇ ਸੋਚੇ ਹੋਏ ਨੇ, ਜੋ ਅਸੀਂ ਮੰਜ਼ਿਲਾਂ ਪਾਉਣੀਆਂ ਨੇ, ਜੋ ਅਸੀਂ ਉਦੇਸ਼ ਮਿੱਥੇ ਹੋਏ ਨੇ, ਉਹ ਉਦੇਸ਼ ਅਸੀਂ ਬਹੁਤ ਜਲਦੀ ਪ੍ਰਾਪਤ ਕਰ ਜਾਂਦੇ ਹਾਂ, ਬਹੁਤ ਵਧੀਆ ਢੰਗ ਨਾਲ ਪ੍ਰਾਪਤ ਕਰ ਲੈਂਦੇ ਹਾਂ ਜੇ ਅਸੀਂ ਸਮੇਂ ਨੂੰ ਸਹੀ ਢੰਗ ਨਾਲ ਵਰਤਦੇ ਹਾਂ। ਸਭ ਤੋਂ ਪਹਿਲਾਂ ਜੇ ਆਪਾਂ ਸੋਚੀਏ, ਇੱਕ ਵਿਦਿਆਰਥੀ ਦਾ ਸਭ ਤੋਂ ਪਹਿਲਾਂ ਜੋ ਸਵੇਰ ਦਾ ਉੱਠਣ ਦਾ ਸਮਾਂ ਹੈ, ਜੇ ਉਹ ਸਾਡਾ ਨਿਸ਼ਚਿਤ ਹੈ, ਜੇ ਸਾਨੂੰ ਪਤਾ ਹੈ ਕਿ ਅਸੀਂ ਸਮੇਂ ਸਿਰ ਸਵੇਰੇ ਜਾਗਦੇ ਹਾਂ, ਇਹ ਬਹੁਤ ਜ਼ਰੂਰੀ ਹੈ ਸਾਡੇ ਲਈ। ਅਸੀਂ ਸਮੇਂ ਦੇ ਵੱਖ-ਵੱਖ ਪੜਾਅ ਬਾਰੇ ਆਪਣੀ ਕਾਪੀ ਦੇ ਉੱਤੇ ਨਾਲ-ਨਾਲ ਲਿਖ ਕੇ ਵੀ ਆਪਣਾ ਮੁਲਾਂਕਣ ਕਰ ਸਕਦੇ ਹਾਂ। ਅਸੀਂ ਆਪਣੇ ਆਪ ਤੋਂ ਹੀ ਗੱਲ ਸ਼ੁਰੂ ਕਰੀਏ ਤਾਂ ਸਭ ਤੋਂ ਪਹਿਲਾਂ ਸਾਡਾ ਸਵਾਲ ਆਪਣੇ ਆਪ ਨੂੰ ਹੀ ਹੈ। ਅਸੀਂ ਸਮੇਂ ਦੇ ਬਾਰੇ ਗੱਲਾਂ ਕਰਦੇ ਕਰਦੇ ਆਪਣੇ ਆਪ ਨੂੰ ਨੰਬਰ ਵੀ ਦੇ ਸਕਦੇ ਹਾਂ। ਇਸ ਨਾਲ ਸਾਨੂੰ ਬੜਾ ਵਧੀਆ ਲੱਗੇਗਾ ਆਪਣੇ ਸਮੇਂ ਦਾ ਮੁਲਾਂਕਣ ਕਰਨਾ ਤੇ ਨਾਲ-ਨਾਲ ਸਮੇਂ ਬਾਰੇ ਗੱਲ ਕਰਦਿਆਂ ਕੁਝ ਸਿੱਖਣਾ। ਜੇ ਅਸੀਂ ਆਪਣੇ ਸਮੇਂ ਬਾਰੇ ਹਰੇਕ ਗਤੀਵਿਧੀ ਨੂੰ 5-5 ਨੰਬਰ ਦਿੰਦੇ ਜਾਵਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਅਸੀਂ ਸਮੇਂ ਦੇ ਬਾਰੇ ਕਿੰਨੇ ਜਾਗਰੂਕ ਹਾਂ, ਸਮੇਂ ਦਾ ਅਸੀਂ ਕਿੰਨਾ ਸਦਉਪਯੋਗ ਕਰਦੇ ਹਾਂ। ਜੇ ਸਭ ਤੋਂ ਪਹਿਲਾਂ ਆਪਾਂ ਸਵੇਰੇ ਉੱਠਣ ਦੇ ਆਪਣੇ ਆਪ ਨੂੰ ਨੰਬਰ ਦੇਣੇ ਹੋਣ, ਜੇ ਅਸੀਂ ਹਰ ਰੋਜ਼ ਸਹੀ ਸਮੇਂ ਤੇ ਉੱਠਦੇ ਹਾਂ, ਜੇ ਅਸੀਂ ਇਹ ਮਿਥਿਆ ਹੋਇਆ ਹੈ ਕਿ ਮੈਂ ਸਵੇਰੇ 4 ਵਜੇ ਉੱਠਣਾ ਹੈ, ਮੈਂ 5 ਵਜੇ ਉੱਠਣਾ ਹੈ, ਜੇ ਆਪਣਾ ਸਮਾਂ ਨਿਸ਼ਚਿਤ ਕੀਤਾ ਹੋਇਆ ਹੈ ਤਾਂ ਅਸੀਂ ਆਪਣੇ ਆਪ ਨੂੰ 5 ਨੰਬਰ ਦੇ ਸਕਦੇ ਹਾਂ। ਜੇਕਰ ਅਸੀਂ ਅਜੇ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਨਹੀਂ ਬਣਾਇਆ ਕਿ ਸਾਨੂੰ ਕਿਸੇ ਨੂੰ ਹੋਰ ਨੂੰ ਜਗਾਉਣਾ ਪੈਂਦਾ ਹੈ, ਸਾਡੇ ਮਾਤਾ ਪਿਤਾ ਸਾਨੂੰ ਜਗਾਉਂਦੇ ਹਨ, ਤਾਂ ਅਸੀਂ ਇਹ 5 ਨੰਬਰ ਆਪਣੇ ਆਪ ਨੂੰ ਨਹੀਂ ਦੇਵਾਂਗੇ। ਤੁਸੀਂ ਆਪਣੀ ਕਾਪੀ ਦੇ ਉੱਤੇ ਲਿਖ ਲੈਣਾ ਹੈ, ਮੇਰਾ ਸਵੇਰ ਦਾ ਜਾਗਣ ਦਾ ਸਮਾਂ। ਅਗਰ ਤੁਸੀਂ ਸਹੀ ਸਮੇਂ ਤੇ ਤੁਸੀਂ ਜਾਗਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ 5 ਨੰਬਰ ਦੇ ਲੈਣੇ ਹਨ। ਇਸ ਤੋਂ ਬਾਅਦ ਗੱਲ ਆਉਂਦੀ ਹੈ ਸਹੀ ਸਮੇਂ ਤੇ ਜਾਗਣ ਤੋਂ ਬਾਅਦ ਕਿ ਅਸੀਂ ਹਰ ਰੋਜ਼ ਸਹੀ ਸਮੇਂ ਤੇ ਕੀ ਸੈਰ ਕਰਨ ਜਾਂਦੇ ਹਾਂ। ਉਸ ਦੇ ਲਈ ਵੀ ਸਾਡਾ ਸਮਾਂ ਨਿਸ਼ਚਿਤ ਹੋਣਾ ਚਾਹੀਦਾ ਹੈ। ਜੇਕਰ ਸਾਡਾ ਸਮਾਂ ਨਿਸ਼ਚਿਤ ਨਹੀਂ, ਵੀ ਜਿਹੜਾ ਵੀ ਸਮਾਂ ਸਾਨੂੰ ਮਿਲਿਆ ਅਸੀਂ ਸੈਰ ਕਰਨ ਨੂੰ ਤੁਰ ਪਏ ਤੇ ਜਿਹੜਾ ਵੀ ਸਮਾਂ ਸਾਨੂੰ ਮਿਲਿਆ ਅਸੀਂ ਖੇਡਣ ਲਈ ਚੱਲ ਪਏ, ਤਾਂ ਇਸ ਦੇ ਲਈ ਵੀ ਅਸੀਂ ਆਪਣੇ ਆਪ ਨੂੰ ਨੰਬਰ ਦੇਣੇ ਹਨ ਕਿ ਕੀ ਮੈਂ ਸੈਰ ਕਰਨ ਲਈ ਸਹੀ ਸਮੇਂ ਤੇ ਜਾਂਦਾ ਹਾਂ। ਕਿਉਂਕਿ ਸਮੇਂ ਨੂੰ ਸੰਭਾਲਣ ਦੇ ਨਾਲ ਜੋ ਸਾਡੇ ਜੀਵਨ ਦੀਆਂ ਚੰਗੀਆਂ ਆਦਤਾਂ ਨੇ ਉਹਨਾਂ ਦਾ ਵੀ ਨਿਰਮਾਣ ਹੁੰਦਾ, ਸਾਡੀ ਸ਼ਖਸੀਅਤ ਦਾ ਵੀ ਵਿਕਾਸ ਹੁੰਦਾ। ਜੇ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ ਸਹੀ ਸਮੇਂ ਤੇ ਜਾਗਣ ਦੀ, ਤਾਂ ਹੁਣ ਅਸੀਂ ਨੰਬਰ ਦੇਣੇ ਹਨ ਕਿ ਅਸੀਂ ਹਰ ਰੋਜ਼ ਸਹੀ ਸਮੇਂ ਤੇ ਸੈਰ ਕਰਨ ਜਾਂਦੇ ਹਾਂ, ਕਿ ਅਸੀਂ ਸਵੇਰੇ ਉੱਠ ਕੇ ਪ੍ਰਭਾਤ ਵੇਲੇ ਕੁਦਰਤ ਨੂੰ ਵੇਖਦੇ ਹਾਂ। ਇਹ ਵੀ ਸਾਡਾ ਸਮਾਂ ਨਿਸ਼ਚਿਤ ਹੋਣਾ ਚਾਹੀਦਾ ਹੈ, ਕਿਉਂਕਿ ਸੂਰਜ ਚੜ੍ਹਨ ਦਾ, ਤਾਰਿਆਂ ਦੇ ਆਉਣ ਦਾ, ਚੰਨ ਦੇ ਆਉਣ ਦਾ, ਸਾਰਿਆਂ ਦਾ ਇੱਕ ਸਮਾਂ ਨਿਸ਼ਚਿਤ ਹੈ। ਧਰਤੀ ਦੀ ਗਤੀ ਸਹੀ ਸਮੇਂ ਤੇ ਧਰਤੀ ਘੁੰਮ ਰਹੀ ਹੈ, ਸਹੀ ਸਮੇਂ ਤੇ ਸਾਰਾ ਕੁਦਰਤ ਦਾ ਜੋ ਅਸੀਂ ਸਾਰਾ ਕੁਝ ਕੁਦਰਤ ਨੂੰ ਵੇਖਦੇ ਹਾਂ ਉਹ ਸਮੇਂ ਅਨੁਸਾਰ ਹੋ ਰਿਹਾ ਹੈ। ਸੋ ਇਸ ਕਰਕੇ ਅਸੀਂ ਵੀ ਕੁਦਰਤ ਦਾ ਹੀ ਇੱਕ ਅੰਗ ਹਾਂ, ਅਸੀਂ ਵੀ ਇਸ ਬ੍ਰਹਿਮੰਡ ਦਾ ਅੰਗ ਹਾਂ, ਤੇ ਅਸੀਂ ਵੀ ਜੇ ਸਮੇਂ ਸਿਰ ਨਹੀਂ ਹੋਵਾਂਗੇ, ਕੋਈ ਵੀ ਕੰਮ ਅਸੀਂ ਸਮੇਂ ਸਿਰ ਨਹੀਂ ਕਰਾਂਗੇ ਤਾਂ ਸਾਡੇ ਜੀਵਨ ਦੀ ਉਥਲ ਪੁਥਲ ਹੋ ਜਾਵੇਗੀ। ਕਿਉਂਕਿ ਅਸੀਂ ਜਾਣਦੇ ਹਾਂ ਕਿ ਕਿੰਨੇ ਸਾਡੇ ਗ੍ਰਹਿ ਨੇ, ਕਿੰਨੀਆਂ ਗਲੈਕਸੀਆਂ ਨੇ, ਉਹਨਾਂ ਸਾਰਿਆਂ ਦਾ ਸਮਾਂ ਨਿਸ਼ਚਿਤ ਹੈ। ਤੇ ਇਸੇ ਤਰ੍ਹਾਂ ਹੀ ਜੇ ਅਸੀਂ ਆਪਣੇ ਸਰੀਰ ਦੀ ਗੱਲ ਕਰੀਏ ਤਾਂ ਸਾਡੇ ਦਿਲ ਦੀ ਜੋ ਧੜਕਣ ਹੈ ਉਸ ਦੀ ਵੀ ਇੱਕ ਗਤੀ ਹੈ, ਉਹ ਵੀ ਇੱਕ ਸਮੇਂ ਅਨੁਸਾਰ ਚੱਲਦੀ ਹੈ। ਉਹ ਵੀ ਸਾਡੇ ਇੱਕ ਨਿਸ਼ਚਿਤ ਸਮੇਂ ਅਨੁਸਾਰ ਜੇ ਨਾ ਚੱਲੇ ਤਾਂ ਸਾਡੇ ਸਰੀਰ ਦਾ ਕੀ ਹੋ ਸਕਦਾ ਹੈ, ਇਸ ਬਾਰੇ ਵੀ ਤੁਸੀਂ ਜਾਣਦੇ ਹੀ ਹੋ। ਇਸ ਕਰਕੇ ਜਦੋਂ ਸਾਡਾ ਸਾਰਾ ਆਲਾ ਦੁਆਲਾ ਸਮੇਂ ਦੇ ਵਿੱਚ ਬੰਨਿਆ ਹੋਇਆ ਹੈ ਤਾਂ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਆਪ ਨੂੰ ਵੀ ਉਸ ਸਮੇਂ ਅਨੁਸਾਰ ਬੰਨੀਏ। ਅਸੀਂ ਆਪਣੀਆਂ 2 ਨੰਬਰ ਆਪਣੇ ਆਪ ਨੂੰ ਦੇ ਚੁੱਕੇ ਹਾਂ। ਸਭ ਤੋਂ ਪਹਿਲਾਂ ਸਵੇਰੇ ਜਾਗਣ ਦੇ, ਫਿਰ ਆਪਣੇ ਆਪ ਨੂੰ ਸੈਰ ਕਰਨ ਦੇ। ਬਹੁਤ ਪਿਆਰੇ ਵਿਦਿਆਰਥੀਆਂ ਨੇ 10 ਵਿੱਚੋਂ 10 ਨੰਬਰ ਲੈ ਲਏ ਹੋਣਗੇ। ਹੁਣ ਆਪਾਂ ਅੱਗੇ ਗੱਲ ਕਰਦੇ ਹਾਂ, ਜਦੋਂ ਅਸੀਂ ਸਵੇਰੇ ਸਹੀ ਸਮੇਂ ਤੇ ਜਾਗ ਵੀ ਪਏ ਹਾਂ, ਉਸ ਤੋਂ ਬਾਅਦ ਅਸੀਂ ਸੈਰ ਵੀ ਕਰ ਲਈ ਹੈ, ਉਸ ਤੋਂ ਬਾਅਦ ਤੁਸੀਂ ਸਵੇਰੇ ਉੱਠ ਕੇ ਪੜ੍ਹਨ ਦੇ ਆਪਣੇ ਆਪ ਨੂੰ ਨੰਬਰ ਦੇ ਸਕਦੇ ਹੋ। ਤੇ ਇਸ ਤੋਂ ਬਿਨਾਂ ਤੁਸੀਂ ਸਹੀ ਸਮੇਂ ਤੇ ਹਰ ਰੋਜ਼ ਕੀ ਨਹਾਉਂਦੇ ਹੋ, ਕੀ ਤੁਸੀਂ ਹਰ ਰੋਜ਼ ਸਹੀ ਸਮੇਂ ਤੇ ਬਰੱਸ਼ ਕਰਦੇ ਹੋ, ਸਵੇਰ ਦਾ ਨਾਸ਼ਤਾ ਲੈਂਦੇ ਹੋ। ਇਹ ਸਾਰੇ ਕੰਮਾਂ ਦਾ ਜੇ ਸਾਡਾ ਸਮਾਂ ਨਿਸ਼ਚਿਤ ਹੈ ਤਾਂ ਤੁਸੀਂ ਜ਼ਰੂਰ ਹੀ ਜ਼ਿੰਦਗੀ ਦੇ ਵਿੱਚ ਬਹੁਤ ਤਰੱਕੀ ਕਰੋਗੇ। ਜੇਕਰ ਸਾਡਾ ਸਮਾਂ ਜੇ ਨਿਸ਼ਚਿਤ ਨਹੀਂ ਹੈ ਤਾਂ ਅਸੀਂ ਅੱਜ ਤੋਂ ਇਹ ਗੱਲ ਨੂੰ ਜਾਣ ਲੈਣਾ ਹੈ, ਆਪਣੀ ਕਾਪੀ ਦੇ ਉੱਤੇ ਲਿਖ ਕੇ, ਕਿ ਅੱਜ ਤੋਂ ਬਾਅਦ ਮੇਰਾ ਹਰੇਕ ਕੰਮ ਲਈ ਸਮਾਂ ਨਿਸ਼ਚਿਤ ਹੋਵੇਗਾ। ਕਿਉਂਕਿ ਜਦੋਂ ਅਸੀਂ ਇੱਕ ਨਿਯਮ ਅਨੁਸਾਰ ਕੰਮ ਕਰਦੇ ਹਾਂ, ਸਮੇਂ ਦੇ ਵਿੱਚ ਰਹਿ ਕੇ ਕੰਮ ਕਰਦੇ ਹਾਂ, ਤਾਂ ਉਸ ਸਮੇਂ ਦੀ ਵਰਤੋਂ ਕਰਦੇ ਕਰਦੇ ਅਸੀਂ ਬਹੁਤ ਵਧੀਆ ਨਤੀਜੇ ਪ੍ਰਾਪਤ ਕਰ ਲੈਂਦੇ ਹਾਂ।
ਤੇ ਸਮੇਂ ਦੇ ਨਾਲ ਹੀ ਯਾਦ ਆਉਂਦਾ ਹੈ ਉਹਨਾਂ ਵਿਦਿਆਰਥੀਆਂ ਬਾਰੇ ਜਦੋਂ ਸਾਡੇ ਸਕੂਲ ਵਿੱਚ ਪ੍ਰੇਅਰ ਹੋ ਰਹੀ ਹੁੰਦੀ ਆ। ਬਹੁਤ ਵਿਦਿਆਰਥੀ ਬਹੁਤ ਹੀ ਵਧੀਆ ਢੰਗ ਨਾਲ ਸਕੂਲ ਦੇ ਵਿੱਚ 10-15 ਮਿੰਟ ਪਹਿਲਾਂ ਆ ਕੇ ਆਪਣੇ ਨਾਲ ਦੇ ਸਾਥੀਆਂ ਨਾਲ ਵੀ ਗੱਲਬਾਤ ਕਰ ਲੈਂਦੇ ਹਨ, ਅਧਿਆਪਕ ਸਾਹਿਬਾਨ ਨੂੰ ਵੀ ਮਿਲ ਲੈਂਦੇ ਹਨ। ਉਹਨਾਂ ਦੇ ਚਿਹਰੇ ਤੇ ਖੁਸ਼ੀ ਹੁੰਦੀ ਆ, ਸੰਤੁਸ਼ਟੀ ਹੁੰਦੀ ਆ। ਤੇ ਜਦੋਂ ਘੰਟੀ ਵੱਜਦੀ ਹੁੰਦੀ ਹੈ ਤੇ ਕੁਝ ਵਿਦਿਆਰਥੀ ਬੈਗ ਲੈ ਕੇ ਸਕੂਲ ਦੇ ਵਿੱਚ ਭੱਜੇ ਆ ਰਹੇ ਹੁੰਦੇ ਹਨ ਤੇ ਕੁਝ ਵਿਦਿਆਰਥੀ ਅਜੇ ਰਾਹ ਵਿੱਚ ਹੀ ਹੁੰਦੇ ਹਨ। ਤੇ ਉਹ ਕਿਉਂ ਲੇਟ ਹੋ ਜਾਂਦੇ ਨੇ ਇਸ ਦੇ ਬਾਰੇ ਵੀ ਤੁਸੀਂ ਜਾਣਦੇ ਹੋ ਕਿ ਕਿਉਂਕਿ ਉਹ ਸਹੀ ਸਮੇਂ ਤੇ ਸਵੇਰੇ ਜਾਗੇ ਨਹੀਂ ਹੁੰਦੇ, ਸਹੀ ਸਮੇਂ ਤੇ ਤਿਆਰ ਨਹੀਂ ਹੋਏ ਹੁੰਦੇ ਤੇ ਉਹਨਾਂ ਨੇ ਸਮੇਂ ਦਾ ਧਿਆਨ ਨਹੀਂ ਰੱਖਿਆ ਹੁੰਦਾ। ਇਸ ਕਰਕੇ ਜਿਹੜੇ ਵਿਦਿਆਰਥੀ ਹਰ ਰੋਜ਼ ਸਕੂਲ ਸਮੇਂ ਸਿਰ ਆਉਂਦੇ ਨੇ, ਇਸ ਦੇ ਲਈ ਵੀ ਅਸੀਂ ਆਪਣੇ ਆਪ ਨੂੰ 5 ਨੰਬਰ ਦੇਣੇ ਨੇ, ਕਿਉਂਕਿ ਜਦੋਂ ਤੁਸੀਂ ਸਹੀ ਸਮੇਂ ਤੇ ਸਕੂਲ ਆ ਜਾਂਦੇ ਹੋ ਤਾਂ ਤੁਹਾਡੇ ਚਿਹਰੇ ਤੇ ਹੋਰ ਤਰ੍ਹਾਂ ਦੀ ਰੌਣਕ ਹੁੰਦੀ ਹੈ, ਇੱਕ ਚਾਅ ਹੁੰਦਾ। ਤੇ ਜਦੋਂ ਵਿਦਿਆਰਥੀ ਲੇਟ ਆ ਕੇ ਸਕੂਲ ਦੇ ਵਿੱਚ ਵੜਦਾ ਤਾਂ ਤੁਸੀਂ ਉਸਦੇ ਚਿਹਰੇ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਉਸਦੇ ਚਿਹਰੇ ਦੇ ਉੱਤੇ ਕਿੰਨਾ ਫਿਕਰ ਹੈ ਜਾਂ ਕਿੰਨਾ ਤਣਾਅ ਹੈ। ਇਸ ਕਰਕੇ ਬਹੁਤ ਜ਼ਰੂਰੀ ਹੈ ਆਪਣੇ ਆਪ ਨੂੰ ਸਮੇਂ ਦੇ ਵਿੱਚ ਬੰਨ੍ਹਣਾ, ਘੜੀ ਦੀ ਟਿਕ ਟਿਕ ਨੂੰ ਸੁਣਦੇ ਰਹਿਣਾ, ਘੜੀ ਨੂੰ ਵੇਖਦੇ ਰਹਿਣਾ, ਘੜੀ ਨੂੰ ਸਮਝਦੇ ਰਹਿਣਾ। ਆਪਾਂ ਹੋਰ ਗੱਲਾਂ ਕਰਦੇ ਹਾਂ ਸਮੇਂ ਬਾਰੇ। ਪਹਿਲਾਂ ਇੱਕ ਗੀਤ ਮੈਨੂੰ ਯਾਦ ਆਇਆ ਸਮੇਂ ਬਾਰੇ, ਘੜੀ ਦੀ ਟਿਕ ਟਿਕ ਕੀ ਕਹਿੰਦੀ ਹੈ। ਇਹ ਗੀਤ ਤੋਂ ਬਾਅਦ ਆਪਾਂ ਫਿਰ ਹੋਰ ਗੱਲ ਕਰਦੇ ਹਾਂ। ਪਹਿਲਾਂ ਸੁਣੋ ਇਹ ਗੀਤ। ਹਰ ਪਲ ਜੋ ਚੱਲਦੀ ਰਹਿੰਦੀ ਹੈ, ਹਰ ਪਲ ਜੋ ਚੱਲਦੀ ਰਹਿੰਦੀ ਹੈ, ਘੜੀ ਦੀ ਟਿਕ ਟਿਕ ਕੀ ਕਹਿੰਦੀ ਹੈ, ਘੜੀ ਦੀ ਟਿਕ ਟਿਕ ਕੀ ਕਹਿੰਦੀ ਹੈ। ਜਿਸ ਨੇ ਆਪਣਾ ਅੱਜ ਗਵਾਇਆ, ਲੰਘੇ ਵੇਲੇ ਨੂੰ ਪਛਤਾਇਆ, ਜਿਸ ਨੇ ਆਪਣਾ ਅੱਜ ਗਵਾਇਆ, ਲੰਘੇ ਵੇਲੇ ਨੂੰ ਪਛਤਾਇਆ। ਮੰਜ਼ਲ ਬੂਹਾ ਢੋਲਦੀ ਹੈ, ਘੜੀ ਦੀ ਟਿਕ ਟਿਕ ਕੀ ਕਹਿੰਦੀ ਹੈ, ਘੜੀ ਦੀ ਟਿਕ ਟਿਕ ਕੀ ਕਹਿੰਦੀ ਹੈ, ਘੜੀ ਦੀ ਟਿਕ ਟਿਕ ਕੀ ਕਹਿੰਦੀ ਹੈ। ਵਕਤ ਦਾ ਪਹੀਆ ਘੁੰਮਦਾ ਜਾਵੇ, ਵਰਤਮਾਨ ਕਿਤੇ ਗੁੰਮ ਨਾ ਜਾਵੇ। ਵਕਤ ਦਾ ਪਹੀਆ ਘੁੰਮਦਾ ਜਾਵੇ, ਵਰਤਮਾਨ ਕਿਤੇ ਗੁੰਮ ਨਾ ਜਾਵੇ। ਨਦੀ ਹਮੇਸ਼ਾ ਏ ਵਹਿੰਦੀ ਹੈ, ਘੜੀ ਦੀ ਟਿਕ ਟਿਕ ਕੀ ਕਹਿੰਦੀ ਹੈ, ਘੜੀ ਦੀ ਟਿਕ ਟਿਕ ਕੀ ਕਹਿੰਦੀ ਹੈ। ਕਿਉਂ ਨਾ ਵਕਤ ਨੂੰ ਸਫਲ ਬਣਾਈਏ, ਪੜ੍ਹਨ ਲਿਖਣ ਤੇ ਸਮਝ ਚਲਾਈਏ। ਕਿਉਂ ਨਾ ਵਕਤ ਨੂੰ ਸਫਲ ਬਣਾਈਏ, ਪੜ੍ਹਨ ਲਿਖਣ ਤੇ ਸਮਝ ਚਲਾਈਏ। ਕਦਰ ਵਕਤ ਦੀ ਇੰਜ ਪੈਂਦੀ ਹੈ, ਘੜੀ ਦੀ ਟਿਕ ਟਿਕ ਕੀ ਕਹਿੰਦੀ ਹੈ, ਘੜੀ ਦੀ ਟਿਕ ਟਿਕ ਕੀ ਕਹਿੰਦੀ ਹੈ, ਘੜੀ ਦੀ ਟਿਕ ਟਿਕ ਕੀ ਕਹਿੰਦੀ ਹੈ। ਘੜੀ ਦੀ ਟਿਕ ਟਿਕ ਕੀ ਕਹਿੰਦੀ ਹੈ। ਜਿਹੜਾ ਵਿਦਿਆਰਥੀ ਇਸ ਟਿਕ ਟਿਕ ਨੂੰ ਸਮਝ ਲੈਂਦਾ ਤੇ ਉਸ ਨੂੰ ਇਹ ਪਤਾ ਲੱਗ ਜਾਂਦਾ ਇਸ ਗੱਲ ਦਾ ਕਿ ਇਹ ਟਿਕ ਟਿਕ ਮੈਨੂੰ ਹਰ ਵੇਲੇ ਸੁਚੇਤ ਕਰ ਰਹੀ ਆ, ਹਰ ਵੇਲੇ ਮੈਨੂੰ ਸਮਝਾ ਰਹੀ ਆ ਕਿ ਜੇ ਤੂੰ ਇਸ ਦੇ ਅਨੁਸਾਰ ਨਾ ਚੱਲਿਆ ਤੇ ਫਿਰ ਜਿਹੜੇ ਤੇਰੇ ਬਹੁਤ ਜ਼ਰੂਰੀ ਕੰਮ ਨੇ, ਜ਼ਰੂਰੀ ਰੁਝੇਵੇਂ ਨੇ, ਉਹਨਾਂ ਵਿੱਚ ਤਾਂ ਪਛੜੇਗਾ ਹੀ। ਇਸ ਦੇ ਨਾਲ ਨਾਲ ਆਪਣੇ ਆਪ ਨੂੰ ਜੋ ਜੀਵਨ ਦੇ ਵਿੱਚ ਅਸੀਂ ਖੁਸ਼ੀ ਲੈਣੀ ਹੁੰਦੀ ਹੈ, ਜੋ ਆਨੰਦ ਲੈਣਾ ਹੁੰਦਾ ਹੈ, ਉਸ ਤੋਂ ਵੀ ਵਾਂਝੇ ਰਹਿ ਜਾਵਾਂਗੇ। ਤੁਸੀਂ ਪਹਿਲਾਂ ਇਹ ਗੱਲ ਬਾਰੇ ਅਨੁਭਵ ਕਰ ਚੁੱਕੇ ਹੋ ਕਿ ਜਦੋਂ ਕੋਈ ਵਿਦਿਆਰਥੀ ਲੇਟ ਆਉਂਦਾ ਹੈ ਤੇ ਦੂਸਰਾ ਵਿਦਿਆਰਥੀ ਸਮੇਂ ਸਿਰ ਸਕੂਲ ਆਉਂਦਾ ਹੈ, ਉਸ ਦੇ ਸਕੂਲ ਆਉਣ ਵਿੱਚ ਹੀ ਕਿੰਨਾ ਫਰਕ ਹੋ ਜਾਂਦਾ ਹੈ। ਸੋ ਸਾਡੇ ਜੀਵਨ ਦਾ ਇਹ ਸੁਨਹਿਰੀ ਸਮਾਂ ਜਦੋਂ ਅਸੀਂ ਸਕੂਲਾਂ ਦੇ ਵਿੱਚ ਪੜ੍ਹਦੇ ਹਾਂ, ਸਾਡਾ ਵਿਦਿਆਰਥੀ ਜੀਵਨ ਹੈ, ਇਸ ਵੇਲੇ ਹੀ ਸਾਡੇ ਸਾਰੇ ਜੀਵਨ ਦਾ ਆਧਾਰ ਬਣਨਾ ਹੈ। ਅਸੀਂ ਜਿਹੋ ਜਿਹਾ ਹੁਣ ਸਮੇਂ ਦੀ ਵਰਤੋਂ ਕਰਾਂਗੇ, ਜਿੰਨਾ ਅਸੀਂ ਸਮੇਂ ਨੂੰ ਹੁਣ ਸਫਲਾ ਕਰਾਂਗੇ, ਇਸ ਦੇ ਨਾਲ ਹੀ ਸਾਡੇ ਅੱਗੋਂ ਵਾਲੇ ਜੀਵਨ ਨੇ ਸਫਲ ਹੋਣਾ ਹੈ। ਸੋ ਸਭ ਤੋਂ ਜ਼ਰੂਰੀ ਹੈ ਕਿ ਜੋ ਸਾਡੇ ਕੋਲ ਵਰਤਮਾਨ ਸਮਾਂ ਹੈ ਉਸ ਨੂੰ ਅਸੀਂ ਚੰਗੀ ਤਰ੍ਹਾਂ ਵਰਤਣਾ ਹੈ। ਜਿਵੇਂ ਕਿਸੇ ਮਹਾਨ ਵਿਦਵਾਨ ਨੇ ਕਿਹਾ ਹੈ ਕਿ ਭੂਤ ਗਿਆ ਹੈ ਬੀਤ, ਭੂਤ ਗਿਆ ਹੈ ਬੀਤ, ਭਵਿੱਖ ਅਜੇ ਨਾ ਆਇਆ, ਵਰਤਮਾਨ ਹੈ ਕੋਲ ਸਾਡੇ, ਇਸ ਨੂੰ ਕਿਉਂ ਗਵਾਇਆ, ਇਸ ਨੂੰ ਕਿਉਂ ਗਵਾਇਆ। ਸੋ ਸਭ ਤੋਂ ਜ਼ਰੂਰੀ ਸਮਾਂ ਸਾਡੇ ਕੋਲ ਵਰਤਮਾਨ ਦਾ ਸਮਾਂ ਹੈ, ਜੋ ਹੁਣ ਸਮਾਂ ਸਾਡਾ ਲੰਘ ਰਿਹਾ ਹੈ। ਅਸੀਂ ਜੇ ਇਸ ਨੂੰ ਸਫਲ ਕਰ ਲੈਂਦੇ ਹਾਂ ਤਾਂ ਸਾਡਾ ਆਉਣ ਵਾਲਾ ਭਵਿੱਖ ਆਪਣੇ ਆਪ ਸਫਲ ਹੋ ਜਾਂਦਾ ਹੈ। ਇਸ ਕਰਕੇ ਅੱਜ ਤੋਂ ਬਾਅਦ ਅਸੀਂ ਆਪਣੇ ਆਪ ਨੂੰ ਸਮੇਂ ਬਾਰੇ ਜੋ ਵੀ ਸਾਡੀਆਂ ਜ਼ਿੰਮੇਵਾਰੀਆਂ ਨੇ ਉਸ ਨੂੰ ਪੂਰੀ ਤਰ੍ਹਾਂ ਆਪਣੇ ਅਨੁਸਾਰ ਅਸੀਂ ਸਮੇਂ ਨੂੰ ਚਲਾਉਣਾ ਹੈ, ਆਪਣੇ ਅਨੁਸਾਰ ਅਸੀਂ ਸਮੇਂ ਦੀ ਵਰਤੋਂ ਕਰਨੀ ਹੈ।
ਆਪਾਂ ਗੱਲ ਕਰ ਰਹੇ ਹਾਂ ਜਦੋਂ ਬੱਚਾ ਸਕੂਲ ਆ ਜਾਂਦਾ ਹੈ ਸਮੇਂ ਸਿਰ, ਤਾਂ ਉਸ ਤੋਂ ਬਾਅਦ ਕੁਝ ਵਿਦਿਆਰਥੀ ਜੋ ਸਕੂਲ ਦੇ ਵਿੱਚ ਆ ਕੇ ਜੋ ਸਾਡਾ ਪੜ੍ਹਨ ਦਾ ਸਮਾਂ ਹੈ ਉਸ ਨੂੰ ਇਸ ਵਧੀਆ ਢੰਗ ਨਾਲ ਪੜ੍ਹਾਈ ਦੇ ਵਿੱਚ ਲਾਉਂਦੇ ਨੇ। ਅਧਿਆਪਕ ਸਾਹਿਬਾਨ ਜੋ ਪੜ੍ਹਾਉਂਦੇ ਨੇ ਉਹ ਪੂਰੀ ਚੰਗੀ ਤਰ੍ਹਾਂ ਸਮਝ ਲੈਂਦੇ ਨੇ, ਜੋ ਉਹਨਾਂ ਨੂੰ ਕਿਤਾਬਾਂ ਤੋਂ ਪੜ੍ਹਨਾ ਦੱਸਿਆ ਜਾਂਦਾ ਉਹ ਪੜ੍ਹ ਲੈਂਦੇ ਨੇ, ਉਹ ਆਪਣੇ ਸਮੇਂ ਦਾ ਸਹੀ ਉਪਯੋਗ ਕਰਦੇ ਨੇ। ਜਦੋਂ ਤੁਹਾਡੇ ਸਕੂਲ ਦੇ ਵਿੱਚ ਤੁਸੀਂ ਪੜ੍ਹਦੇ ਹੋ, ਸਕੂਲ ਦੇ ਵਿੱਚ ਜੋ ਉਹਨਾਂ ਦਾ ਅੱਧੀ ਛੁੱਟੀ ਦਾ ਖਾਣਾ ਖਾਣ ਦਾ ਸਮਾਂ ਹੈ ਜਾਂ ਖੇਡਣ ਦਾ ਸਮਾਂ ਹੈ, ਉਹ ਉਦੋਂ ਹੀ ਖੇਡਦੇ ਨੇ, ਉਦੋਂ ਹੀ ਖਾਣਾ ਖਾਂਦੇ ਨੇ। ਤੇ ਕੁਝ ਵਿਦਿਆਰਥੀ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਜਿਹੜੇ ਸਹੀ ਸਮੇਂ ਤੇ ਸਹੀ ਕੰਮ ਨਹੀਂ ਕਰਦੇ। ਇਸ ਤਰ੍ਹਾਂ ਉਹਨਾਂ ਵਿਦਿਆਰਥੀਆਂ ਦਾ ਆਪਾਂ ਨੁਕਸਾਨ ਹੁੰਦਾ ਵੀ ਵੇਖਦੇ ਹਾਂ। ਇਸ ਕਰਕੇ ਉਸ ਨੁਕਸਾਨ ਤੋਂ ਬਚਣ ਦੇ ਲਈ, ਚੰਗੇ ਨੰਬਰ ਲੈਣ ਲਈ, ਵਧੀਆ ਵਿਦਿਆਰਥੀ ਬਣਨ ਲਈ, ਜੋ ਸਾਡੇ ਸਕੂਲ ਦੇ ਵਿੱਚ ਸਮੇਂ ਅਨੁਸਾਰ ਜੋ ਪੀਰੀਅਡ ਲੱਗਦੇ ਹਨ ਉਸ ਅਨੁਸਾਰ ਅਗਰ ਅਸੀਂ ਪੜ੍ਹਦੇ ਜਾਂਦੇ ਹਾਂ, ਉਸ ਅਨੁਸਾਰ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਜਾਂਦੇ ਹਾਂ, ਅਸੀਂ ਸਹੀ ਸਮੇਂ ਤੇ ਪੜ੍ਹਦੇ ਹਾਂ, ਸਹੀ ਸਮੇਂ ਤੇ ਖੇਡਦੇ ਹਾਂ, ਸਹੀ ਸਮੇਂ ਤੇ ਖਾਣਾ ਖਾਂਦੇ ਹਾਂ, ਤਾਂ ਇਸ ਦੇ ਨਾਲ ਨਾਲ ਅਸੀਂ ਆਪ ਵੀ ਜੀਵਨ ਦੇ ਵਿੱਚ ਸੌਖੇ ਰਹਿੰਦੇ ਹਾਂ। ਸਾਡੇ ਜੀਵਨ ਤੇ ਕੋਈ ਭਾਰ ਨਹੀਂ ਹੁੰਦਾ। ਇਸ ਦੇ ਨਾਲ ਨਾਲ ਅਸੀਂ ਆਪਣੇ ਅਧਿਆਪਕਾਂ ਵਿੱਚ, ਆਪਣੇ ਵਿਦਿਆਰਥੀ ਸਾਥੀਆਂ ਦੇ ਵਿੱਚ, ਆਪਣੇ ਮਾਤਾ ਪਿਤਾ ਦੇ, ਆਪਣੇ ਆਂਢੀਆਂ ਗੁਆਂਢੀਆਂ ਦੇ ਵਿੱਚ ਹਰਮਨ ਪਿਆਰੇ ਵੀ ਹੋ ਜਾਂਦੇ ਹਾਂ, ਕਿਉਂਕਿ ਇਸ ਦੇ ਨਾਲ ਸਾਡੇ ਸਾਰੇ ਕੰਮ ਸਹਿਜੇ ਸਹਿਜੇ ਹੀ ਹੁੰਦੇ ਜਾਂਦੇ ਹਨ। ਤੇ ਜੇ ਆਪਾਂ ਗੱਲ ਕਰੀਏ ਜਦੋਂ ਅਸੀਂ ਸਕੂਲ ਤੋਂ ਆ ਜਾਂਦੇ ਹਾਂ ਤਾਂ ਇਸ ਦੇ ਲਈ ਵੀ ਅਸੀਂ ਆਪਣੇ ਆਪ ਨੂੰ ਨੰਬਰ ਦੇਣੇ ਹਨ ਕਿ ਕੀ ਮੈਂ ਸਕੂਲ ਦਾ ਕੰਮ ਜੋ ਅਧਿਆਪਕ ਸਾਹਿਬਾਨ ਵੱਲੋਂ ਸਾਨੂੰ ਦਿੱਤਾ ਜਾਂਦਾ ਹੈ ਉਹ ਸਹੀ ਸਮੇਂ ਤੇ ਕਰਦਾ ਹਾਂ। ਜੇ ਮੈਂ ਹਰ ਰੋਜ਼ ਆਪਣੇ ਸਮੇਂ ਦੀ ਵੰਡ ਇਸ ਤਰ੍ਹਾਂ ਦੀ ਕੀਤੀ ਹੋਈ ਹੈ, ਮੈਂ ਸਮੇਂ ਅਨੁਸਾਰ ਆਪਣਾ ਕੰਮ ਕਰ ਲੈਂਦਾ ਹਾਂ, ਤਾਂ ਅਸੀਂ ਇਸ ਦੇ ਵੀ ਆਪਣੇ ਆਪ ਨੂੰ 5 ਨੰਬਰ ਦੇ ਲੈਣੇ ਹਨ। ਕਿਉਂਕਿ ਜੇ ਅਸੀਂ ਸਹੀ ਸਮੇਂ ਤੇ ਸਕੂਲ ਦਾ ਦਿੱਤਾ ਹੋਇਆ ਕੰਮ ਕਰ ਲੈਂਦੇ ਹਾਂ ਤਾਂ ਇਹਦੇ ਵਿੱਚ ਕੋਈ ਵੀ ਗੁੰਜਾਇਸ਼ ਨਹੀਂ ਰਹਿ ਜਾਂਦੀ ਕਿ ਸਾਡੇ ਨੰਬਰ ਨਾ ਆਉਣ। ਸਾਨੂੰ ਪੇਪਰ ਦੇ ਵਿੱਚ ਵੀ ਫਿਰ ਵਧੀਆ ਨੰਬਰ ਮਿਲਦੇ ਹਨ ਤੇ ਅੱਗੋਂ ਵਾਸਤੇ ਜੋ ਵੀ ਸਾਡੇ ਜੀਵਨ ਦੇ ਉਦੇਸ਼ ਨੇ, ਜੋ ਵੀ ਸਾਡੇ ਸੁਪਨੇ ਨੇ, ਅਸੀਂ ਜੋ ਕੁਝ ਵੀ ਬਣਨਾ ਚਾਹੁੰਦੇ ਹਾਂ ਉਹ ਬਣਨਾ ਆਸਾਨ ਹੋ ਜਾਂਦਾ ਹੈ। ਬਹੁਤ ਲੋਕ ਜ਼ਿੰਦਗੀ ਵਿੱਚ ਇਹ ਸ਼ਿਕਵਾ ਕਰਦੇ ਹਨ ਕਿ ਮੈਨੂੰ ਮੌਕਾ ਨਹੀਂ ਮਿਲਿਆ। ਪਿਆਰੇ ਵਿਦਿਆਰਥੀਓ, ਮੌਕੇ ਬਹੁਤ ਹੁੰਦੇ ਨੇ, ਪਰ ਅਸੀਂ ਉਹਨਾਂ ਮੌਕਿਆਂ ਨੂੰ ਸਹੀ ਢੰਗ ਨਾਲ ਇਸਤੇਮਾਲ ਨਹੀਂ ਕੀਤਾ ਹੁੰਦਾ, ਸਹੀ ਢੰਗ ਨਾਲ ਉਸ ਸਮੇਂ ਦੀ ਵਰਤੋਂ ਨਹੀਂ ਕੀਤੀ ਹੁੰਦੀ। ਜਦੋਂ ਅਸੀਂ ਪੜ੍ਹਨਾ ਸੀ ਉਦੋਂ ਅਸੀਂ ਪੜ੍ਹਦੇ ਨਹੀਂ, ਤੇ ਜਦੋਂ ਅਸੀਂ ਖੇਡਣਾ ਸੀ ਉਦੋਂ ਅਸੀਂ ਖੇਡਦੇ ਨਹੀਂ। ਇਸ ਕਰਕੇ ਕਈ ਵਾਰ ਸਮੇਂ ਦਾ ਤਾਲਮੇਲ ਜਿਹੜਾ ਅਸੀਂ ਨਹੀਂ ਬਣਾਉਂਦੇ, ਇਸ ਕਰਕੇ ਅਸੀਂ ਪਿੱਛੇ ਰਹਿ ਜਾਂਦੇ ਹਾਂ। ਸੋ ਅਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਸਾਡੇ ਲਈ ਪੜ੍ਹਨ ਵਾਲਾ ਸਮਾਂ ਕਿਹੜਾ ਹੈ, ਸਾਡੇ ਲਈ ਖੇਡਣ ਵਾਲਾ ਸਮਾਂ ਕਿਹੜਾ ਹੈ। ਇੱਕ ਹੋਰ ਜੋ ਸਮੇਂ ਦੀ ਬਰਬਾਦੀ ਦਾ ਕਾਰਨ ਹੈ ਅੱਜ ਦੇ ਸਮੇਂ ਸਾਡੇ ਵਿਦਿਆਰਥੀਆਂ ਲਈ, ਸਾਡੇ ਕੋਲ ਮੋਬਾਈਲ ਸਾਡੇ ਕੋਲ ਪੜ੍ਹਾਈ ਲਈ ਸਾਨੂੰ ਦਿੱਤੇ ਗਏ ਹਨ। ਜਿਵੇਂ ਕਿ ਹੁਣ ਸਾਡੇ ਦੇਸ਼ ਦੇ ਵਿੱਚ, ਸਾਡੇ ਸਾਰੀ ਦੁਨੀਆ ਦੇ ਵਿੱਚ ਹੀ ਤੁਸੀਂ ਜਾਣਦੇ ਹੋ ਕਿ ਕੋਵਿਡ-19 ਕਰਕੇ ਜੋ ਸਾਡੀ ਪੜ੍ਹਾਈ ਹੈ ਉਹ ਆਨਲਾਈਨ ਚੱਲਦੀ ਹੈ। ਕਈ ਵਾਰ ਅਸੀਂ ਕੀ ਕਰਦੇ ਹਾਂ, ਪੜ੍ਹਾਈ ਕਰਦੇ ਕਰਦੇ ਆਪਣਾ ਸਮਾਂ ਜੋ ਸਾਡੇ ਮੋਬਾਈਲ ਦੇ ਵਿੱਚ ਕੋਈ ਵੀਡੀਓ ਗੇਮ ਹੈ ਜਾਂ ਇਸ ਤਰ੍ਹਾਂ ਦੇ ਕੋਈ ਹੋਰ ਦੇਖਣ ਵਾਲੀਆਂ ਚੀਜ਼ਾਂ ਨੇ, ਅਸੀਂ ਆਪਣਾ ਉਹ ਕੀਮਤੀ ਸਮਾਂ ਜੋ ਪੜ੍ਹਾਈ ਨੂੰ ਦੇਣਾ ਸੀ ਉਹ ਸਮਾਂ ਅਸੀਂ ਮੋਬਾਈਲ ਦੇ ਉੱਤੇ ਕਾਰਟੂਨ ਦੇਖਣ ਲਈ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖਣ ਲਈ ਲਗਾ ਲੈਂਦੇ ਹਾਂ। ਤਾਂ ਉਹ ਸਾਡੇ ਸਮੇਂ ਦਾ ਜਿੰਨਾ ਦੁਰਉਪਯੋਗ ਹੈ ਉਸ ਵਰਗੀ ਹੋਰ ਕੋਈ ਵੀ ਸਾਡੇ ਲਈ ਨੁਕਸਾਨ ਵਾਲੀ ਗੱਲ ਨਹੀਂ ਹੁੰਦੀ। ਕਈ ਵਾਰ ਅਸੀਂ ਆਪਣਾ ਸਮਾਂ ਇਸ ਤਰ੍ਹਾਂ ਇੰਨਾ ਖਰਾਬ ਕਰਦੇ ਹਾਂ ਕਿ ਉਸ ਸਮੇਂ ਨੇ ਸਾਡੇ ਕੋਲ ਮੁੜ ਕੇ ਨਹੀਂ ਆਉਣਾ ਹੁੰਦਾ। ਸਮਾਂ ਉਹੀ ਹੁੰਦਾ ਜਿਸ ਨੂੰ ਅਸੀਂ ਉਪਯੋਗ ਦੇ ਵਿੱਚ ਵੀ ਲਿਆ ਸਕਦੇ ਹਾਂ ਤੇ ਸਮੇਂ ਨੂੰ ਅਸੀਂ ਖਰਾਬ ਵੀ ਕਰ ਸਕਦੇ ਹਾਂ। ਇਹ ਸਾਡੇ ਤੇ ਨਿਰਭਰ ਕਰਦਾ ਹੈ। ਸੋ ਅਸੀਂ ਇਸ ਗੱਲ ਲਈ ਵੀ ਆਪਣੇ ਆਪ ਨੂੰ ਨੰਬਰ ਦੇ ਸਕਦੇ ਹਾਂ ਕਿ ਕੀ ਮੈਂ ਮੋਬਾਈਲ ਦਾ ਸਦਉਪਯੋਗ ਕਰਦਾ ਹਾਂ। ਤਾਂ ਇਸ ਦੇ ਲਈ ਅਗਰ ਤੁਸੀਂ ਸਦਉਪਯੋਗ ਕਰਦੇ ਹੋ ਤਾਂ ਆਪਣੇ ਆਪ ਨੂੰ 5 ਨੰਬਰ ਦੇ ਸਕਦੇ ਹੋ। ਅਗਰ ਤੁਸੀਂ ਨਹੀਂ ਕਰਦੇ ਤਾਂ ਅੱਜ ਤੋਂ ਬਾਅਦ ਸਮੇਂ ਦਾ ਸਦਉਪਯੋਗ ਕਰਕੇ ਆਪਣੇ ਆਪ ਨੂੰ ਇਹ ਨੰਬਰ ਤੁਸੀਂ ਜ਼ਰੂਰ ਦੇਣੇ ਹਨ। ਸੋ ਜਿਹੜੇ ਵਿਦਿਆਰਥੀ ਸਮੇਂ ਦਾ ਸਦਉਪਯੋਗ ਕਰਦੇ ਨੇ ਉਹ ਜ਼ਿੰਦਗੀ ਦੇ ਵਿੱਚ ਬਹੁਤ ਤਰੱਕੀਆਂ ਕਰਦੇ ਨੇ, ਬਹੁਤ ਅੱਗੇ ਵੱਧਦੇ ਨੇ। ਸਮੇਂ ਬਾਰੇ ਇੱਕ ਹੋਰ ਲਾਈਨ ਹੈ ਤੁਹਾਡੇ ਨਾਲ, ਉਹ ਸਾਂਝੀ ਕਰਦਾ, ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ। ਵਕਤ ਉਸ ਦਾ ਬਦਲ ਜਾਂਦਾ, ਵਕਤ ਦੀ ਜੋ ਕਦਰ ਕਰਦਾ। ਵਕਤ ਉਸ ਦਾ ਬਦਲ ਜਾਂਦਾ, ਵਕਤ ਦੀ ਜੋ ਕਦਰ ਕਰਦਾ। ਮਿਹਨਤਾਂ ਤੇ ਰਹਿਮਤਾਂ ਤੇ ਬਰਕਤਾਂ ਦਾ ਮੀਂਹ ਹੈ ਵਰਦਾ। ਮਹੀਨਿਆਂ ਦਾ ਹਫ਼ਤਿਆਂ ਦਾ ਕੀ ਪਤਾ ਲੈ ਜਾਣ ਕਿੱਥੇ। ਝੋਲਿਆਂ ਦਾ ਬਸਤਿਆਂ ਦਾ ਕੀ ਪਤਾ ਲੈ ਜਾਣ ਕਿੱਥੇ। ਝੋਲਿਆਂ ਦਾ ਬਸਤਿਆਂ ਦਾ ਕੀ ਪਤਾ ਲੈ ਜਾਣ ਕਿੱਥੇ।
ਜਿਹੜਾ ਵਿਦਿਆਰਥੀ ਇਹਨਾਂ ਬਸਤਿਆਂ ਨੂੰ, ਇਹਨਾਂ ਝੋਲਿਆਂ ਨੂੰ ਸਮੇਂ ਅਨੁਸਾਰ ਵਰਤ ਲੈਂਦਾ, ਇਹਨਾਂ ਕਾਪੀਆਂ ਨੂੰ, ਇਹਨਾਂ ਦਸਤਿਆਂ ਨੂੰ ਸਮੇਂ ਅਨੁਸਾਰ ਸਮਝ ਲੈਂਦਾ, ਉਹ ਵਿਦਿਆਰਥੀ ਜੀਵਨ ਦੇ ਵਿੱਚ ਅੱਗੇ ਵੱਧ ਜਾਂਦਾ, ਸਫਲ ਹੋ ਜਾਂਦਾ। ਇਸ ਕਰਕੇ ਅਸੀਂ ਅੱਜ ਤੋਂ ਬਾਅਦ ਸਮੇਂ ਦਾ ਇੱਕ ਪਲ ਵੀ ਨਹੀਂ ਗਵਾਉਣਾ। ਅਸੀਂ ਸਮੇਂ ਦਾ ਸਦਉਪਯੋਗ ਕਰਨਾ। ਅਸੀਂ ਸਮੇਂ ਦਾ ਸਦਉਪਯੋਗ ਇਸ ਤਰ੍ਹਾਂ ਕਰਨਾ ਕਿ ਸਾਨੂੰ ਬਾਅਦ ਦੇ ਵਿੱਚ ਕੋਈ ਵੀ ਜ਼ਿੰਦਗੀ ਦੇ ਵਿੱਚ ਪਛਤਾਵਾ ਨਾ ਰਹੇ ਕਿ ਮੈਂ ਉਸ ਵੇਲੇ ਆਹ ਕੰਮ ਕਰ ਸਕਦਾ ਸੀ, ਮੈਂ ਕਿਉਂ ਨਹੀਂ ਕੀਤਾ। ਜਦੋਂ ਅਸੀਂ ਸਮੇਂ ਦਾ ਸਦਉਪਯੋਗ ਕਰਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਇਹਦੇ ਸਾਨੂੰ ਬਹੁਤ ਬਹੁਤ ਫਾਇਦੇ ਨੇ। ਸਭ ਤੋਂ ਵੱਡਾ ਫਾਇਦਾ ਤਾਂ ਇਹ ਆ ਕਿ ਜਦੋਂ ਅਸੀਂ ਸਮੇਂ ਸਿਰ ਆਪਣਾ ਕੰਮ ਕਰ ਲੈਂਦੇ ਹਾਂ ਤਾਂ ਸਾਡੇ ਮਨ ਤੇ ਕੋਈ ਚਿੰਤਾ ਨਹੀਂ ਹੁੰਦੀ, ਤਣਾਅ ਨਹੀਂ ਹੁੰਦਾ, ਕੋਈ ਭਾਰ ਨਹੀਂ ਹੁੰਦਾ। ਕਿਉਂਕਿ ਜਦੋਂ ਅਸੀਂ ਸਮੇਂ ਸਿਰ ਕੋਈ ਕੰਮ ਨਹੀਂ ਮੁਕਾਇਆ ਹੁੰਦਾ, ਚਾਹੇ ਉਹ ਪੜ੍ਹਾਈ ਦਾ ਹੈ, ਚਾਹੇ ਕੋਈ ਘਰ ਦਾ ਕੰਮ ਹੈ, ਤਾਂ ਉਸ ਵੇਲੇ ਸਾਡੇ ਮਨ ਤੇ ਬੋਝ ਜ਼ਰੂਰ ਰਹਿੰਦਾ। ਕਿਉਂਕਿ ਜਿਹੜਾ ਵਿਦਿਆਰਥੀ ਸਮੇਂ ਸਿਰ ਸਕੂਲ ਦੇ ਵਿੱਚ ਵੜਿਆ ਨਹੀਂ ਹੁੰਦਾ, ਸਕੂਲ ਦੇ ਵਿੱਚ ਪੜ੍ਹਿਆ ਨਹੀਂ ਹੁੰਦਾ, ਫਿਰ ਜਦੋਂ ਉਸ ਦੀ ਪ੍ਰੀਖਿਆ ਨੇੜੇ ਆ ਜਾਂਦੀ ਆ ਤਾਂ ਉਸ ਵੇਲੇ ਉਸ ਨੂੰ ਪਛਤਾਉਣਾ ਪੈਂਦਾ ਜਾਂ ਉਸਦੇ ਮਨ ਤੇ ਬੋਝ ਹੁੰਦਾ, ਟੈਨਸ਼ਨ ਹੁੰਦੀ ਆ ਕਿ ਪੇਪਰ ਆ ਗਏ ਨੇ ਪਰ ਮੈਂ ਪੇਪਰਾਂ ਦੇ ਲਈ ਜੋ ਲਿਖਣਾ ਸੀ, ਜੋ ਪੜ੍ਹਨਾ ਸੀ, ਉਹ ਤਾਂ ਮੈਨੂੰ ਆਉਂਦਾ ਹੀ ਨਹੀਂ। ਇਸ ਕਰਕੇ ਸਭ ਤੋਂ ਵੱਡਾ ਫਾਇਦਾ ਇਹ ਆ ਕਿ ਜੋ ਸਮੇਂ ਦਾ ਸਦਉਪਯੋਗ ਕਰ ਲੈਂਦਾ, ਸਮੇਂ ਸਿਰ ਆਪਣੇ ਕੰਮ ਕਰ ਲੈਂਦਾ, ਉਸ ਦੇ ਜੀਵਨ ਦੇ ਵਿੱਚ ਤਣਾਅ ਬਹੁਤ ਘਟ ਜਾਂਦਾ। ਇਹ ਵੀ ਤੁਸੀਂ ਵੇਖਿਆ ਹੋਣਾ ਕਿ ਕਈ ਵਾਰ ਅਸੀਂ ਬੱਸ ਤੇ ਕਿਤੇ ਹੋਰ ਜਾਣਾ ਹੁੰਦਾ, ਕਈ ਵਾਰੀ 5 ਸਕਿੰਟ ਨਾਲ 10 ਸਕਿੰਟ ਨਾਲ ਵੀ ਸਾਡੇ ਕੋਲੋਂ ਬੱਸ ਲੰਘ ਜਾਂਦੀ ਆ। ਫਿਰ ਸਾਨੂੰ ਮਹਿਸੂਸ ਹੁੰਦਾ ਕਿ ਮੈਂ ਇਸ ਸਮੇਂ ਅਨੁਸਾਰ ਜੇ ਆ ਜਾਂਦਾ ਤਾਂ ਮੈਂ ਬੱਸ ਤੇ ਬੈਠ ਸਕਦਾ ਸੀ, ਸਾਡੇ ਕੋਲੋਂ ਟ੍ਰੇਨ ਲੰਘ ਜਾਂਦੀ ਹੈ, ਜਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਵਧੀਆ ਮੌਕੇ ਵੀ ਲੰਘ ਜਾਂਦੇ ਨੇ। ਕਈ ਵਾਰੀ ਸਮਾਂ ਹੁੰਦਾ ਉਸ ਚੀਜ਼ ਦਾ, ਅਸੀਂ ਘੋਲ ਕਰ ਜਾਂਦੇ ਹਾਂ, ਅਸੀਂ ਕਹਿੰਦੇ ਹਾਂ ਕੋਈ ਗੱਲ ਨਹੀਂ, ਇਹ ਕੰਮ ਕੱਲ ਕਰ ਲਵਾਂਗੇ, ਕੱਲ ਤੇ ਛੱਡਿਆ ਹੋਇਆ, ਪਰਸੋਂ ਤੇ ਛੱਡਿਆ ਹੋਇਆ। ਇਸ ਤਰ੍ਹਾਂ ਅਸੀਂ ਜੀਵਨ ਦੇ ਵਿੱਚ ਬਹੁਤ ਸਾਰੇ ਜ਼ਰੂਰੀ ਕੰਮ ਨੇ ਜਿਹੜੇ ਉਹ ਪਿੱਛੇ ਰਹਿ ਜਾਂਦੇ ਨੇ। ਇੱਕ ਹੋਰ ਬਹੁਤ ਵੱਡਾ ਫਾਇਦਾ ਹੈ ਸਾਨੂੰ ਜੇ ਸਮੇਂ ਦਾ ਅਸੀਂ ਸਦਉਪਯੋਗ ਕਰਦੇ ਹਾਂ, ਸਾਡਾ ਸਵੈ ਵਿਸ਼ਵਾਸ ਵੱਧਦਾ, ਚਿਹਰੇ ਤੇ ਰੌਣਕ ਹੁੰਦੀ ਹੈ, ਸਾਨੂੰ ਚਾਅ ਹੁੰਦਾ, ਸਾਡੇ ਮਨ ਤੇ ਕੋਈ ਡਰ ਨਹੀਂ ਹੁੰਦਾ ਤੇ ਸਾਡਾ ਸਵੈ ਵਿਸ਼ਵਾਸ ਇਸ ਦੇ ਨਾਲ ਵੱਧਦਾ। ਇਸ ਤੋਂ ਬਿਨਾਂ ਜੋ ਸਾਡੀ ਖੁਸ਼ੀ ਦਾ ਕਾਰਨ ਹੈ ਉਹ ਇਹੀ ਹੈ ਕਿ ਜੋ ਲੋਕ ਸਮੇਂ ਅਨੁਸਾਰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨੇ ਤਾਂ ਉਹਨਾਂ ਦੇ ਜੀਵਨ ਦੇ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਕੰਮ ਹੁੰਦੇ ਨੇ ਉਹ ਆਪਣੇ ਆਪ ਹੋ ਜਾਂਦੇ ਨੇ। ਤੇ ਜਦੋਂ ਕੰਮ ਹੋ ਜਾਂਦੇ ਨੇ ਤੇ ਫਿਰ ਸਾਡੇ ਅੰਦਰੋਂ ਖੁਸ਼ੀ ਦਾ ਉੱਠਣਾ ਸੁਭਾਵਿਕ ਹੈ ਤੇ ਅਸੀਂ ਜ਼ਿੰਮੇਵਾਰ ਬਣਦੇ ਹਾਂ, ਸਾਡੇ ਤੇ ਲੋਕ ਵਿਸ਼ਵਾਸ ਕਰਦੇ ਨੇ। ਇਹ ਸਾਰੀਆਂ ਚੀਜ਼ਾਂ ਜੇ ਕੋਈ ਸਮੇਂ ਅਨੁਸਾਰ ਕਰਦਾ ਤਾਂ ਸਾਡੇ ਜੀਵਨ ਦੇ ਲਈ ਬਹੁਤ ਜ਼ਰੂਰੀ ਨੇ। ਸਾਡੀ ਸ਼ਖਸੀਅਤ ਦੇ ਵਿੱਚ ਬਹੁਤ ਵੱਡਾ ਵਾਧਾ ਹੁੰਦਾ ਹੈ ਇਸ ਦੇ ਨਾਲ, ਕਿਉਂਕਿ ਜੋ ਲੋਕ ਜ਼ਿੰਮੇਵਾਰ ਹੁੰਦੇ ਨੇ, ਜੋ ਲੋਕ ਆਪਣੇ ਕੰਮ ਪ੍ਰਤੀ ਸਮਰਪਿਤ ਹੁੰਦੇ ਨੇ, ਜੋ ਲੋਕ ਮਿਹਨਤੀ ਹੁੰਦੇ ਨੇ, ਤੇ ਉਹਨਾਂ ਵਿੱਚ ਇਹ ਗੁਣ ਬਹੁਤ ਵੱਡਾ ਹੁੰਦਾ ਕਿ ਉਹ ਸਮੇਂ ਦੇ ਪਾਬੰਦ ਹੁੰਦੇ ਨੇ। ਜਿਹੜੇ ਲੋਕ ਸਮੇਂ ਦੇ ਪਾਬੰਦ ਹੁੰਦੇ ਨੇ ਤੇ ਉਹ ਜੀਵਨ ਦੇ ਵਿੱਚ ਬਹੁਤ ਕੁਝ ਪ੍ਰਾਪਤ ਕਰ ਲੈਂਦੇ ਨੇ। ਇਸ ਕਰਕੇ ਅਸੀਂ ਵੀ ਅੱਜ ਤੋਂ ਬਾਅਦ ਆਪਣੇ ਸਮੇਂ ਦਾ ਪ੍ਰਬੰਧਨ ਇਸ ਤਰ੍ਹਾਂ ਕਰਨਾ ਹੈ ਕਿ ਸਾਡੇ ਜੋ ਜ਼ਰੂਰੀ ਕੰਮ ਨੇ ਉਹ ਵੀ ਹੋ ਜਾਣ ਤੇ ਜੋ ਸਾਡੇ ਜੀਵਨ ਦੇ ਫਰਜ਼ ਨੇ ਉਹ ਵੀ ਪੂਰੇ ਹੋ ਜਾਣ। ਸਮੇਂ ਦੇ ਪ੍ਰਬੰਧਨ ਨੂੰ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਆਪਣੀ ਕਾਪੀ ਦੇ ਉੱਤੇ ਨੋਟ ਕਰ ਸਕਦੇ ਹਾਂ ਕਿ ਮੇਰੇ ਦਿਨ ਦੇ ਵਿੱਚ ਹੋਣ ਵਾਲੇ ਕਿਹੜੇ ਕੰਮ ਪਹਿਲਾਂ ਕਰਨੇ ਜ਼ਰੂਰੀ ਹਨ, ਕਿਹੜੇ ਕੰਮ ਪਿੱਛੋਂ ਕਰਨੇ ਜ਼ਰੂਰੀ ਹਨ। ਕਈ ਵਾਰ ਅਸੀਂ ਇੱਥੇ ਵੀ ਉਲਝ ਜਾਂਦੇ ਹਾਂ ਕਿ ਪਹਿਲਾਂ ਕੰਮ ਜੋ ਕਰਨਾ ਹੁੰਦਾ ਹੈ ਉਸ ਨੂੰ ਪੈਂਡਿੰਗ ਕਰ ਲੈਂਦੇ ਹਾਂ, ਜੋ ਪਿੱਛੋਂ ਕਰਨਾ ਹੈ ਉਸ ਨੂੰ ਪਹਿਲਾਂ ਕਰਨ ਲੱਗ ਜਾਂਦੇ ਹਾਂ। ਸਭ ਤੋਂ ਪਹਿਲਾਂ ਜੇ ਅਸੀਂ ਵਿਦਿਆਰਥੀ ਜੀਵਨ ਦੇ ਵਿੱਚ ਸੋਚੀਏ, ਸਭ ਤੋਂ ਵੱਧ ਜ਼ਰੂਰੀ ਕੰਮ ਹੈ ਸਾਡੀ ਪੜ੍ਹਾਈ। ਇਸ ਤੋਂ ਬਿਨਾਂ ਜੇ ਆਪਣੇ ਦਿਨ ਦੇ ਅਸੀਂ ਕੰਮ ਵੇਖੀਏ, ਜੇ ਅਸੀਂ ਆਪਣੇ ਕੰਮਾਂ ਨੂੰ ਇਸ ਤਰ੍ਹਾਂ ਵੰਡਿਆ ਹੋਵੇ ਕਿ ਸਵੇਰੇ ਉੱਠ ਕੇ ਮੈਂ ਕਿਹੜੇ ਵੇਲੇ ਪੜ੍ਹਾਈ ਕਰਨੀ ਹੈ ਤੇ ਅਗਰ ਮਾਤਾ ਪਿਤਾ ਦੇ ਨਾਲ ਕੋਈ ਮੈਨੂੰ ਕੰਮ ਕਰਾਉਣਾ ਪੈਂਦਾ ਹੈ ਤਾਂ ਉਸ ਲਈ ਵੀ ਆਪਣਾ ਸਮਾਂ ਅਸੀਂ ਨਿਸ਼ਚਿਤ ਕੀਤਾ ਹੋਵੇਗਾ ਤਾਂ ਅਸੀਂ ਆਪਣੇ ਸਾਰੇ ਕੰਮਾਂ ਨੂੰ ਸਹੀ ਤਰਤੀਬ ਦੇ ਕੇ ਕਰ ਸਕਦੇ ਹਾਂ, ਮੁਕਾ ਸਕਦੇ ਹਾਂ। ਅਸੀਂ ਆਪਣੀ ਕਾਪੀ ਦੇ ਉੱਤੇ ਨੋਟ ਕਰ ਸਕਦੇ ਹਾਂ ਕਿ ਇੱਕ ਦਿਨ ਦੇ ਵਿੱਚ ਮੇਰੇ ਕਰਨ ਵਾਲੇ ਕੰਮ ਆਹ 10 ਕੰਮ ਨੇ, ਆਹ 15 ਕੰਮ ਨੇ। ਅਸੀਂ ਉੱਥੇ ਆਪਣਾ ਪੜ੍ਹਾਈ ਦਾ, ਆਪਣਾ ਨਹਾਉਣ ਦਾ, ਆਪਣਾ ਖਾਣਾ ਖਾਣ ਦਾ, ਆਪਣੇ ਘਰ ਦੇ ਕੰਮਾਂ ਦਾ, ਆਪਣੇ ਲਿਖਣ ਦਾ ਜਾਂ ਕੋਈ ਹੋਰ ਕਿਤਾਬ ਪੜ੍ਹਨ ਦਾ ਜਾਂ ਲਾਇਬ੍ਰੇਰੀ ਜਾਣ ਦਾ ਜਾਂ ਖੇਡਣ ਦਾ ਜਾਂ ਟੀਵੀ ਦੇਖਣ ਦਾ ਜੇ ਸਮਾਂ ਨਿਸ਼ਚਿਤ ਕੀਤਾ ਹੋਵੇਗਾ ਕਿ ਮੈਂ ਅੱਧੇ ਘੰਟੇ ਤੋਂ ਵੱਧ ਟੀਵੀ ਨਹੀਂ ਦੇਖਣਾ, ਮੈਂ ਅੱਧੇ ਘੰਟੇ ਤੋਂ ਵੱਧ ਖੇਡਣ ਨਹੀਂ ਜਾਣਾ ਜਾਂ ਮੈਂ ਅੱਧੇ ਘੰਟੇ ਤੋਂ ਵੱਧ ਕੋਈ ਹੋਰ ਇਦਾਂ ਦਾ ਕੰਮ ਨਹੀਂ ਕਰਨਾ, ਤਾਂ ਸਾਡਾ ਸਾਰਾ ਸਮਾਂ ਸਾਡੇ ਅਨੁਸਾਰ ਆ ਜਾਵੇਗਾ ਤੇ ਸਾਰੇ ਹੀ ਕੰਮ ਸਾਡੇ ਜੀਵਨ ਦੇ ਵਿੱਚ ਤਰਤੀਬ ਅਨੁਸਾਰ ਹੋਣ ਲੱਗ ਜਾਂਦੇ ਹਨ। ਇਸ ਕਰਕੇ ਸਾਨੂੰ ਸਮੇਂ ਦਾ ਸਦਉਪਯੋਗ ਕਰਨ ਦੇ ਇੰਨੇ ਲਾਭ ਨੇ ਤੇ ਜੇਕਰ ਇੰਨੇ ਲਾਭ ਨੇ ਤਾਂ ਸਾਨੂੰ ਜ਼ਰੂਰ ਆਪਣੀ ਕਾਪੀ ਦੇ ਉੱਤੇ ਲਿਖ ਕੇ ਜਾਂ ਕੋਈ ਤੁਸੀਂ ਚਾਰਟ ਦੇ ਉੱਤੇ ਲਿਖ ਕੇ ਇੱਕ ਸਮਾਂ ਸਾਰਣੀ ਬਣਾ ਸਕਦੇ ਹੋ। ਕੁਝ ਕੰਮ ਹੁੰਦੇ ਨੇ ਜੋ ਇੱਕ ਹਰ ਰੋਜ਼ ਹੀ ਕਰਨੇ ਜ਼ਰੂਰੀ ਹੁੰਦੇ ਹਨ, ਕੁਝ ਕੰਮ ਹੁੰਦੇ ਨੇ ਜਿਹੜੇ ਅਸੀਂ ਹਫ਼ਤੇ ਬਾਅਦ ਕਰਨੇ ਜ਼ਰੂਰੀ ਹੁੰਦੇ ਹਨ, ਕੁਝ ਕੰਮ ਹੁੰਦੇ ਨੇ ਜਿਹੜੇ ਹਫ਼ਤੇ ਬਾਅਦ ਛੱਡੇ ਜਾ ਸਕਦੇ ਹਨ, ਪਰ ਕਈ ਕੰਮ ਬਿਲਕੁਲ ਨਹੀਂ ਛੱਡੇ ਜਾ ਸਕਦੇ। ਇਸ ਕਰਕੇ ਅਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈ। ਕਈ ਵਾਰ ਸਾਡੇ ਵਿਦਿਆਰਥੀ ਵੀ ਗਲਤੀ ਕਰਦੇ ਹਨ ਕਿ
ਜਦੋਂ ਸਾਡੀ ਪ੍ਰੀਖਿਆ ਹੁੰਦੀ ਹੈ ਉਸ ਵੇਲੇ ਕਈ ਵਿਦਿਆਰਥੀਆਂ ਦੀ ਰਿਸ਼ਤੇਦਾਰੀ ਵਿੱਚ ਮੰਨ ਲਓ ਕੋਈ ਵਿਆਹ ਦਾ ਪ੍ਰੋਗਰਾਮ ਆ ਗਿਆ, ਜਾਂ ਉਹਨਾਂ ਦੇ ਪਿੰਡ ਦੇ ਨੇੜੇ ਕੋਈ ਮੇਲਾ ਆ ਗਿਆ, ਜਾਂ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਆ ਗਿਆ, ਤਾਂ ਉਸ ਵੇਲੇ ਉਹਨਾਂ ਨੂੰ ਕਿਹੜੇ ਕੰਮ ਲਈ ਮਹੱਤਤਾ ਦੇਣੀ ਚਾਹੀਦੀ ਹੈ ਕਿ ਉਹਨਾਂ ਨੂੰ ਆਪਣੀ ਪੜ੍ਹਾਈ ਨੂੰ ਮਹੱਤਤਾ ਦੇਣੀ ਚਾਹੀਦੀ ਹੈ, ਜਾਂ ਉਹਨਾਂ ਨੂੰ ਅਗਰ ਕੋਈ ਵਿਆਹ ਦਾ ਪ੍ਰੋਗਰਾਮ ਆ ਗਿਆ ਤਾਂ ਉਧਰ ਮਹੱਤਤਾ ਦੇਣੀ ਚਾਹੀਦੀ ਹੈ। ਇਹ ਵੀ ਸਾਡੇ ਵਿਦਿਆਰਥੀਆਂ ਨੇ ਖੁਦ ਸੋਚਣਾ ਹੈ, ਕਿਉਂਕਿ ਕਈ ਵਾਰ ਅਸੀਂ ਬਹਾਨਾ ਲਾ ਕੇ ਆਪਣੇ ਸਕੂਲ ਦੀ ਪੜ੍ਹਾਈ ਨੂੰ ਛੱਡ ਕੇ ਚਲੇ ਤਾਂ ਜਾਂਦੇ ਹਾਂ, ਪਰ ਉਸ ਦੇ ਨਾਲ ਨੁਕਸਾਨ ਕਿਸ ਦਾ ਹੁੰਦਾ ਹੈ। ਉਸ ਵੇਲੇ ਵੀ ਅਸੀਂ ਇਸ ਗੱਲ ਨੂੰ ਅੱਜ ਤੋਂ ਇਹ ਤੈਅ ਕਰ ਲੈਣਾ ਹੈ ਕਿ ਸਭ ਤੋਂ ਪਹਿਲਾਂ ਮੇਰੇ ਲਈ ਪੜ੍ਹਾਈ ਜ਼ਰੂਰੀ ਹੈ, ਮੈਂ ਆਪਣੇ ਸਮੇਂ ਨੂੰ ਪੜ੍ਹਾਈ ਵੱਲ ਲਾਉਣਾ ਹੈ। ਜਿਹੜੇ ਵਿਦਿਆਰਥੀ ਇਸ ਤਰ੍ਹਾਂ ਸੋਚ ਲੈਂਦੇ ਹਨ, ਵਿਚਾਰ ਲੈਂਦੇ ਹਨ, ਸਮਝ ਲੈਂਦੇ ਹਨ, ਉਹ ਸਮੇਂ ਦਾ ਸਦਉਪਯੋਗ ਕਰ ਲੈਂਦੇ ਹਨ। ਇਸ ਕਰਕੇ ਅਸੀਂ ਅੱਜ ਤੋਂ ਬਾਅਦ ਆਪਣੇ ਸਮੇਂ ਦਾ ਇੱਕ ਪਲ ਵੀ ਅਜਾਈਂ ਨਹੀਂ ਗਵਾਉਣਾ, ਅਸੀਂ ਸਮੇਂ ਦਾ ਸਦਉਪਯੋਗ ਕਰਨਾ। ਤੇ ਜਦੋਂ ਅਸੀਂ ਸਮੇਂ ਦਾ ਸਦਉਪਯੋਗ ਕਰਨਾ ਸਿੱਖ ਜਾਵਾਂਗੇ ਤਾਂ ਸਾਡੇ ਜੀਵਨ ਦੇ ਵਿੱਚ ਬਹੁਤ ਤਬਦੀਲੀ ਆਵੇਗੀ। ਸਾਡਾ ਜੀਵਨ ਜੋ ਸਵਾਰਥ ਜ਼ਿੰਦਗੀ ਵਿਸ਼ੇ ਦਾ ਉਦੇਸ਼ ਹੈ ਕਿ ਸਾਡੇ ਵਿਦਿਆਰਥੀ ਸਹਿਜਤਾ ਨਾਲ ਸੰਤੁਲਿਤ ਜੀਵਨ ਜਿਉ ਸਕਣ, ਖੁਸ਼ੀ ਨਾਲ ਜਿਉ ਸਕਣ, ਆਨੰਦਮਈ ਜਿਉ ਸਕਣ। ਸਿਰਫ ਵਿਦਿਆਰਥੀ ਜੀਵਨ ਹੀ ਨਹੀਂ, ਜਦੋਂ ਅਸੀਂ ਵਿਦਿਆਰਥੀ ਜੀਵਨ ਦੇ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਲਵਾਂਗੇ ਤਾਂ ਉਸ ਤੋਂ ਬਾਅਦ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਸਕਾਂਗੇ। ਸੋ ਤੁਸੀਂ ਹੁਣ ਜੋ ਤੁਹਾਡੇ ਕਰਨ ਵਾਲਾ ਕੰਮ ਹੈ ਉਹ ਇਹ ਹੈ ਕਿ ਆਪਣੀ ਕਾਪੀ ਦੇ ਇੱਕ ਪੰਨੇ ਦੇ ਉੱਤੇ ਅੱਜ ਤੋਂ ਇਹ ਲਿਖ ਲੈਣਾ ਹੈ ਕਿ ਮੇਰਾ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਜੋ ਕੰਮ ਨੇ, ਪਹਿਲਾਂ ਉਹ ਸਾਰੇ ਕੰਮ ਲਿਖ ਲੈਣੇ ਨੇ। ਉਹ ਕੰਮ ਲਿਖਣ ਤੋਂ ਬਾਅਦ ਉਹਨਾਂ ਕੰਮਾਂ ਨੂੰ ਅਸੀਂ ਕਿੰਨਾ ਕਿੰਨਾ ਸਮਾਂ ਦੇਣਾ ਹੈ ਉਹ ਲਿਖ ਲੈਣਾ ਹੈ। ਫਿਰ ਉਸ ਤੋਂ ਬਾਅਦ ਇੱਕ ਹੋਰ ਚੀਜ਼ ਜ਼ਰੂਰੀ ਹੈ ਕਿ ਕਿੰਨੇ ਵਜੇ ਦਾ ਕਿਹੜਾ ਕੰਮ ਹੈ ਉਹ ਵੀ ਅਸੀਂ ਲਿਖਣਾ ਹੈ। ਮੰਨ ਲਓ ਉਹ ਸਾਡਾ ਸਵੇਰੇ ਉੱਠਣ ਦਾ ਸਮਾਂ ਹੈ 4:30 ਵਜੇ, ਅਸੀਂ 4:30 ਲਿਖ ਲੈਣਾ ਹੈ। ਉਸ ਤੋਂ ਬਾਅਦ ਸਾਡਾ ਸੈਰ ਕਰਨ ਦਾ ਸਮਾਂ ਹੈ 5 ਵਜੇ, ਕਿੰਨਾ ਟਾਈਮ ਸੈਰ ਕਰਨੀ ਹੈ 5 ਤੋਂ 5:30 ਤੱਕ। ਉਸ ਤੋਂ ਬਾਅਦ ਅਸੀਂ ਆ ਕੇ ਕਿੰਨਾ ਟਾਈਮ ਆਪਣੇ ਨਹਾਉਣ ਨੂੰ, ਨਾਸ਼ਤਾ ਕਰਨ ਨੂੰ, ਪੜ੍ਹਾਈ ਕਰਨ ਨੂੰ, ਅਗਰ ਕੋਈ ਘਰ ਦਾ ਕੰਮ ਹੈ ਉਸ ਨੂੰ ਦੇਣਾ ਹੈ, ਉਹ ਵੀ ਅਸੀਂ ਅਗਰ ਆਪਣੀ ਕਾਪੀ ਦੇ ਉੱਤੇ ਲਿਖ ਲੈਂਦੇ ਹਾਂ ਤਾਂ ਉਹ ਸਾਡੇ ਲਈ ਇੱਕ ਸਾਡੇ ਸਮੇਂ ਨੂੰ ਪ੍ਰਬੰਧਨ ਕਰਨ ਦੇ ਵਿੱਚ ਸਾਡੇ ਲਈ ਬਹੁਤ ਸਹਾਈ ਹੋਵੇਗਾ। ਜਦੋਂ ਅਸੀਂ ਕੰਮਾਂ ਨੂੰ ਲਿਖ ਲੈਂਦੇ ਹਾਂ, ਜਦੋਂ ਅਸੀਂ ਸਮੇਂ ਨੂੰ ਲਿਖ ਲੈਂਦੇ ਹਾਂ ਤਾਂ ਸਾਡੇ ਮਾਈਂਡ ਦੇ ਵਿੱਚ, ਸਾਡੇ ਮਨ ਦੇ ਵਿੱਚ ਉਹ ਕੰਮ ਤੇ ਸਮਾਂ ਆਪਣੇ ਆਪ ਤਰਤੀਬ ਰਲਾ ਲੈਂਦੇ ਨੇ ਤੇ ਸਾਡੇ ਉਹ ਕੰਮ ਵੀ ਹੋ ਜਾਂਦੇ ਨੇ, ਸਾਡੇ ਮਨ ਤੇ ਕੋਈ ਬੋਝ ਵੀ ਨਹੀਂ ਰਹਿੰਦਾ। ਬਹੁਤ ਬਹੁਤ ਜ਼ਰੂਰੀ ਹੈ ਪਿਆਰੇ ਵਿਦਿਆਰਥੀਓ ਸਮੇਂ ਦਾ ਸਹੀ ਉਪਯੋਗ ਕਰਨਾ, ਸਮੇਂ ਦੀ ਸਹੀ ਵਰਤੋਂ ਕਰਨਾ, ਕਿਉਂਕਿ ਜਿਹੜੇ ਲੋਕਾਂ ਨੇ ਸਮੇਂ ਨੂੰ ਸਮਝ ਲਿਆ, ਸਮੇਂ ਦੀ ਸਹੀ ਵਰਤੋਂ ਕਰਨੀ ਸਿੱਖ ਲਈ, ਉਹਨਾਂ ਨੇ ਜੀਵਨ ਦੇ ਵਿੱਚ ਬਹੁਤ ਤਰੱਕੀਆਂ ਕੀਤੀਆਂ ਨੇ। ਜਿੰਨੇ ਵੀ ਮਹਾਨ ਲੋਕਾਂ ਦਾ ਜੀਵਨ ਤੁਸੀਂ ਪੜ੍ਹੋਗੇ, ਉਹਨਾਂ ਬਾਰੇ ਸੁਣੋਗੇ ਤਾਂ ਉਹਨਾਂ ਵਿੱਚ ਇਹ ਬਹੁਤ ਵੱਡਾ ਗੁਣ ਹੁੰਦਾ ਕਿ ਉਹ ਆਪਣੇ ਕੰਮ ਸਮੇਂ ਅਨੁਸਾਰ ਕਰਦੇ ਰਹੇ। ਸਹੀ ਸਮੇਂ ਤੇ ਤੁਸੀਂ ਸਹੀ ਕੰਮ ਕਰ ਜਾਂਦੇ ਹੋ ਤਾਂ ਇਹ ਬਿਲਕੁਲ ਯਕੀਨੀ ਹੋ ਜਾਂਦਾ ਹੈ ਕਿ ਜੀਵਨ ਦੇ ਵਿੱਚ ਤੁਸੀਂ ਬਹੁਤ ਤਰੱਕੀ ਕਰੋਗੇ। ਤੁਹਾਡੇ ਤੇ ਤੁਹਾਡੇ ਮਾਤਾ ਪਿਤਾ ਹੀ ਨਹੀਂ, ਤੁਹਾਡਾ ਆਲਾ ਦੁਆਲਾ ਵੀ ਮਾਣ ਕਰੇਗਾ, ਤੁਹਾਡੇ ਅਧਿਆਪਕ ਸਾਹਿਬਾਨ ਵੀ ਮਾਣ ਕਰਨਗੇ ਤੇ ਤੁਸੀਂ ਖੁਦ ਵੀ ਆਪਣੇ ਆਪ ਤੇ ਮਾਣ ਕਰੋਗੇ। ਇਸ ਕਰਕੇ ਮੈਂ ਤੁਹਾਡੇ ਤੋਂ ਉਮੀਦ ਕਰਦਾ ਕਿ ਤੁਸੀਂ ਆਪਣੀ ਕਾਪੀ ਦੇ ਉੱਤੇ ਸਮੇਂ ਦੀ ਸਾਰਣੀ ਬਣਾ ਕੇ ਤੇ ਸਮੇਂ ਦਾ ਕਿਸ ਤਰ੍ਹਾਂ ਸਦਉਪਯੋਗ ਕਰਨਾ ਹੈ ਇਸ ਤਰ੍ਹਾਂ ਲਿਖ ਕੇ ਆਪਣੇ ਆਪ ਨੂੰ ਅੱਜ ਤੋਂ ਬਾਅਦ ਇੱਕ ਨਵੀਂ ਤਰ੍ਹਾਂ ਦਾ ਵਿਦਿਆਰਥੀ ਬਣਾਓਗੇ। ਇੱਕ ਨਵੀਂ ਊਰਜਾ ਨਾਲ, ਇੱਕ ਨਵੇਂ ਚਾਅ ਨਾਲ ਆਪਣੇ ਸਮੇਂ ਦਾ ਸਦਉਪਯੋਗ ਕਰੋਗੇ ਤੇ ਜੀਵਨ ਦੇ ਵਿੱਚ ਬਹੁਤ ਬਹੁਤ ਸਫਲ ਇਨਸਾਨ ਬਣੋਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।